25 ਅਗਸਤ ਨੂੰ ਕੈਮਲਪਸ ਤੋਂ ਲਗਭਗ 80 ਕਿਲੋਮੀਟਰ ਨਾਰਥ ਵੱਲ ਨੂੰ ਇੱਕ ਛੋਟੀ ਜਿਹੀ ਕਮਿਊਨਿਟੀ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਦਰਦਨਾਕ ਤੇ ਮੰਦਭਾਗੀ ਘਟਨਾ ਵਾਪਰੀ। ਬਹੁਤ ਸਾਰੇ ਸਵਾਲ ਖੜੇ ਹੋਏ, ਪੂਰੀ ਕਮਿਊਨਿਟੀ ਬਹੁਤ ਜ਼ਿਆਦਾ ਸਦਮੇ ਦੇ ਵਿੱਚ ਹੈ कि साडा हेल्थ केयर सिस्टम खत्म हो चुका है, कलैप्स हो चुका है। वक्-वक् प्रोविंस दे विच कम से कम इंटीरियो वालियां ने दोए प्राइवेट जिहड़ा पब्लिक उन्होंने ऑप्शन लैके आंदी है। देखो डॉक्टर साहब, जो कोई भी मौत हुंदी आ ਉਹਦੇ ਤੋਂ ਬਾਅਦ ਕਹਿ ਦਿੰਦੇ ਨੇ ਕਿ ਅਸੀਂ ਰਿਵਿਊ ਕਰਾਂਗੇ। ਉਹਨਾਂ ਨੇ ਇੱਕ ਨੇ 3-4 ਸਾਲਾਂ ਬਾਅਦ ਕੋਈ ਰਿਪੋਰਟ ਨਹੀਂ ਦੇਣੀ, ਇੱਕ ਫੇਰ ਸਕੈਮ ਕਰ ਦਿੰਦੇ ਆ। ਇੱਥੇ ਵੀ ਰਿਵਿਊ ਕਰਦੇ ਆ। ਪ੍ਰੀਮੀਅਰ ਨੇ ਵੀ ਇਹ ਕਹਿਤਾ ਕਿ ਅਸੀਂ ਹੋਰ ਐਂਬੂਲੈਂਸ ਲੈ ਕੇ ਆਵਾਂਗੇ। ਇਹਨੂੰ ਹੁਣ ਇਹਨਾਂ ਨੂੰ ਸੁਰਤ ਆਈ ਆ ਵੀ ਐਂਬੂਲੈਂਸ ਹੋਰ ਲੈ ਕੇ ਆਵਾਂਗੇ। ਡਾਕਟਰ ਸਾਹਿਬ, TD ਬੈਂਕ ਨੇ 2023 ਵਿੱਚ ਘਰਾਂ ਦੀਆਂ ਕੀਮਤਾਂ ਦੇ ਸਬੰਧ ਦੇ ਵਿੱਚ ਇੱਕ ਉਹਨਾਂ ਨੇ ਰਿਪੋਰਟ ਜਿਹੜੀ ਹੈਗੀ ਆ ਉਹ ਪਬਲਿਸ਼ ਕੀਤੀ ਆ। ਉਹਦੇ ਹਿਸਾਬ ਦੇ ਨਾਲ ਘਰਾਂ ਦੀਆਂ ਕੀਮਤਾਂ 25% ਤੱਕ ਡਿੱਗਣ ਦੀ ਉਹਨਾਂ ਨੇ ਭਵਿੱਖਬਾਣੀ ਕੀਤੀ ਆ ਕਿ ਜਿਹੜੀ ਚੀਜ਼ ਬਹੁਤ ਤਾਂ ਚੜ੍ਹਦੀ ਆ ਉਹ ਥੱਲੇ ਡਿੱਗਣੀ। ਹਾਂਜੀ। दूसरा कियास राई है कि 25% ताईं होर कीमतां घटणीਆਂ हो सकदा जिस तो ज़्यादा भी घटण, क्योंकि इत्थे कई बार हो चुका 1980-81 ਦੇ ਵਿੱਚ इदां ही होया। ਜਿਹੜੇ 2 ਲੱਖ ਦੇ ਘਰ ਦੇ ਹੁੰਦੇ ਸੀ ਉਹ ਮੁੜ ਕੇ 75,000 ਦੇ ਹੋ ਗਏ। ਡਾਕਟਰ ਸਾਹਿਬ, ਮਾਰਕਮ ਓਨਟਾਰੀਓ ਦੇ ਇੱਕ ਰੈਸਟੋਰੈਂਟ ਦੇ ਵਿੱਚ ਫੂਡ ਪੋਇਜ਼ਨਿੰਗ ਦੇ ਕਾਰਨ ਲੋਕਾਂ ਦੀ ਸਿਹਤ ਕਾਫੀ ਜ਼ਿਆਦਾ ਖਰਾਬ ਹੋਈ, ਜਿਨ੍ਹਾਂ ਨੇ ਉੱਥੇ ਖਾਣਾ ਖਾਧਾ ਸੀ। ਇੱਕ ਤਾਂ ਲੋਕਾਂ ਨੂੰ ਬਾਹਰ ਖਾਣ ਦੀ ਆਦਤ ਪਈ ਹੈ। ਹਾਂਜੀ। ਘਰ ਬਣਾਉਣਾ ਬੰਦ ਕੀਤਾ ਹੈ। ਕਿਸੇ ਆਰਕੀਟੈਕਚਰ ਨਾਲ ਗੱਲ ਕਰਕੇ ਦੇਖ ਲਓ, ਕਈ ਵਾਰੀ ਕਹਿੰਦੇ ਆ ਕਿ ਫਿਊਚਰ ਦੇ ਵਿੱਚ ਹੋ ਸਕਦਾ ਕਿਚਨ ਘਰ 'ਚ ਨਾ ਹੀ ਹੋਵੇ। ਅੱਛਾ, ਤੁਸੀਂ ਦੇਖਿਓ ਉਹ ਮਿੱਟੀ ਦੀਆਂ ਪੁੜੀਆਂ ਹੀ ਖਾ ਲੈਣਗੇ ਲੋਕ। ਹਾਂਜੀ। ਜੜੀਆਂ ਬੂਟਿਆਂ ਦਾ ਅੱਜ ਕੱਲ ਇੰਨਾ ਅਸਰ ਹੈ ਜੀ। ਇਹ ਪਤਾ ਹੀ ਨਹੀਂ ਵੀ ਇਹਨਾਂ ਦੇ ਵਿੱਚ ਹੈ ਕੀ। ਹਾਂਜੀ। ਉਹਨਾਂ ਦੇ ਵਿੱਚ ਕਿਹੜੀ ਕੈਮੀਕਲ ਹੈ, ਕਿੱਦਾਂ ਰਿਐਕਟ ਕਰਦੀ ਹੈ, ਤੁਸੀਂ ਖਾਓਗੇ, ਕਿਉਂ ਖਾਓਗੇ। ਹੰਟਰ ਬਾਈਡਨ ਦੀ ਜਾਂਚ ਕਰ ਰਹੇ ਇੱਕ ਜਿਹੜਾ FBI ਆਫੀਸਰ ਹੈਗਾ, ਉਹਨੇ ਨਾ ਅਚਾਨਕ ਮਿਸਟੀਰੀਅਸ ਸਰਕਮਸਟੈਂਸਸ ਦੇ ਵਿੱਚ ਅਸਤੀਫਾ ਦੇ ਦਿੱਤਾ। ਨਾਲੇ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਉਹਨੂੰ ਮਜਬੂਰ ਕੀਤਾ ਗਿਆ ਅਸਤੀਫਾ ਦੇਣ ਦੇ ਲਈ। ਕੀ ਕਹਿਣਾ ਚਾਹੋਗੇ ਪੂਰੀ ਖਬਰ ਬਾਰੇ? ਪਹਿਲਾਂ ਵਿਸਤਾਰ ਦੇ ਵਿੱਚ ਦੱਸੋ। ਇਹ ਮੁੰਡਾ ਪਹਿਲਾਂ ਡਰੱਗ ਖਾਂਦਾ ਹੁੰਦਾ ਸੀ ਬਹੁਤ, ਫਿਰ ਉਸ ਤੋਂ ਬਾਅਦ ਕਹਿੰਦੇ ਆ ਵੀ ਸੁਧਰ ਗਿਆ। ਇਹ ਬਾਈਡਨ ਦਾ ਕਹਿਣਾ ਵੀ ਹੁਣ ਅਸੀਂ ਹਿੰਦੁਸਤਾਨ ਬਾਰੇ ਤਾਂ ਖਬਰ ਸੁਣ ਲੈਂਦੇ ਹਾਂ ਵੀ ਉੱਥੇ ਉੱਥੇ ਸਾਡੀ CBI ਇਨਵੈਸਟੀਗੇਸ਼ਨ ਕਰਦੀ ਆ, ਉੱਥੇ ਆਹ ਹੁੰਦਾ ਆ, ਉਹ ਫਲਾਨਾ ਜੀ ਪ੍ਰਕਾਸ਼ ਸਿੰਘ ਬਾਦ ਦਾ ਮੁੰਡਾ ਆ। ਇੱਥੇ ਵੀ ਉਹੀ ਕੁਛ ਹੁੰਦਾ। ਹਾਂਜੀ। ਡਾਕਟਰ ਸਾਹਿਬ, ਪੋਲਿਸ਼ ਪ੍ਰਧਾਨ ਮੰਤਰੀ ਨੇ ਹੁਣ ਕਿਹਾ ਕਿ ਜਿਹੜਾ ਯੂਕਰੇਨ ਦਾ ਸੰਘਰਸ਼ ਹੈਗਾ ਇਹ ਹੁਣ ਬੰਦ ਹੋਣਾ ਚਾਹੀਦਾ। ਕੁਝ ਮੈਂਬਰ ਤਾਂ ਹਮੇਸ਼ਾ ਕਹਿੰਦੇ ਕਿ ਪੀਸ ਹੋਣੀ ਚਾਹੀਦੀ ਹੈ, ਸ਼ਾਂਤੀ ਹੋਣੀ ਚਾਹੀਦੀ ਹੈ ਇਹਨਾਂ ਦੇ ਨਾਲ, ਕਿਉਂਕਿ ਉਹਨਾਂ ਦੇ ਆਪਣੇ ਹਿੱਤ ਜੁੜੇ। ਹੁਣ ਅੰਦਰੋਂ ਅੰਦਰੀ ਯੂਰਪੀਅਨ ਯੂਨੀਅਨ ਦੇ ਵਿੱਚ ਪੋਲੈਂਡ ਵਾਲੇ ਉਹਨਾਂ ਦੇ ਮੈਂਬਰ ਆ, ਉਹ ਫਿਰ ਜਦੋਂ ਮੀਟਿੰਗ ਕਰਕੇ ਆਏ ਉਹ ਕਹਿੰਦੇ ਕਿ ਅਸੀਂ ਮਹਿਸੂਸ ਕੀਤਾ ਹੈ ਕਿ ਜਿਹੜੇ ਅੰਦਰੋਂ ਅੰਦਰੀ ਬਹੁਤ ਦੇਸ਼ ਆ ਜਿਹੜੇ ਇਸ ਹੱਕ ਦੇ ਵਿੱਚ ਹੈ ਕਿ ਇਹਨਾਂ ਦੋਹਾਂ ਦੇਸ਼ਾਂ ਦੀ ਹੁਣ ਲੜਾਈ ਬੰਦ ਹੋਣੀ ਚਾਹੀਦੀ।
ਡਾਕਟਰ ਸਾਹਿਬ ਗੱਲ ਕਰਦੇ ਹਾਂ ਆਪਾਂ ਅਲੈਗਜ਼ੈਂਡਰ ਡਿਊਗਨ ਦੀ 20th ਅਗਸਤ ਨੂੰ ਉਹਨਾਂ ਦੀ ਬੇਟੀ ਦੀ ਇੱਕ ਕਾਰ ਬੰਬ ਧਮਾਕੇ ਦੇ ਵਿੱਚ ਮੌਤ ਹੋਈ ਸੀ ਤੇ ਉਸ ਤੋਂ ਬਾਅਦ ਅਲੈਗਜ਼ੈਂਡਰ ਡਿਊਗਨ ਨੇ ਰਸ਼ੀਆ ਦੇ ਲਈ ਇਹ ਕਿਹਾ ਕਿ ਉਹਨਾਂ ਦੀ ਬੇਟੀ ਰਸ਼ੀਆ ਦੇ ਲਈ ਸ਼ਹੀਦ ਹੋਈ ਆ, ਉਹਨੇ ਆਪਣੀ ਜਾਨ ਦਿੱਤੀ ਆ। रेडियो इंडिया KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 31 ਅਗਸਤ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਯਾਨੀ ਕਿ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਹਨ KRPA 1110 AM ਤੇ। ਸਟੂਡੀਓ ਦਾ ਨੰਬਰ ਹੈ 6045929191 6045929191। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। 25 ਅਗਸਤ ਨੂੰ ਕੈਮਲੁਪਸ ਤੋਂ ਲਗਭਗ 80 ਕਿਲੋਮੀਟਰ ਨਾਰਥ ਵੱਲ ਨੂੰ ਇੱਕ ਛੋਟੀ ਜਿਹੀ ਕਮਿਊਨਿਟੀ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਦਰਦਨਾਕ ਤੇ ਮੰਦਭਾਗੀ ਘਟਨਾ ਵਾਪਰੀ। ਇਸ ਕਮਿਊਨਿਟੀ ਦਾ ਨਾਮ ਬਰੇਰੀ ਕਮਿਊਨਿਟੀ ਆ। ਉੱਥੇ ਨਾ ਕੁਝ ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ। ਕਾਰਨ ਕੀ? ਉਹਨੂੰ ਸਮੇਂ ਸਿਰ ਮੈਡੀਕਲ ਅਸਿਸਟੈਂਸ ਨਹੀਂ ਮਿਲੀ। ਐਂਬੂਲੈਂਸ ਜਿਹੜੀ ਸੀ ਔਨ ਟਾਈਮ ਨਹੀਂ ਪਹੁੰਚ ਸਕੀ। ਬਹੁਤ ਸਾਰੇ ਸਵਾਲ ਖੜੇ ਹੋਏ। ਪੂਰੀ ਕਮਿਊਨਿਟੀ ਬਹੁਤ ਜ਼ਿਆਦਾ ਸਦਮੇ ਦੇ ਵਿੱਚ ਆ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਨਿੱਤ ਖਬਰਾਂ ਆਉਂਦੀਆਂ ਸਾਰੇ ਕੈਨੇਡਾ ਦੇ ਵਿੱਚੋਂ ਕਿ ਸਾਡਾ ਹੈਲਥ ਕੇਅਰ ਸਿਸਟਮ ਖਤਮ ਹੋ ਚੁੱਕਾ ਹੈ, ਕਲੈਪਸ ਹੋ ਚੁੱਕਾ ਹੈ। ਵੱਖ-ਵੱਖ ਪ੍ਰੋਵਿੰਸ ਦੇ ਵਿੱਚ ਕਮ ਸੇ ਕਮ ਇੰਟੀਰੀਓ ਵਾਲਿਆਂ ਨੇ ਦੋਏ ਪ੍ਰਾਈਵੇਟ ਜਿਹੜਾ ਪਬਲਿਕ ਉਹਨਾਂ ਨੇ ਆਪਸ਼ਨ ਲੈ ਕੇ ਆਂਦੀ ਆ। ਚੱਲੇ ਚਾਹੇ ਨਾ ਚੱਲੇ, ਉਹਨਾਂ ਨੇ ਕੁਝ ਤਾਂ ਤਬਦੀਲੀਆਂ ਕੀਤੀਆਂ ਨਾ, ਕੋਸ਼ਿਸ਼ ਤਾਂ ਕਰਨ ਜਾ ਰਹੇ ਆ, ਕੋਸ਼ਿਸ਼ ਕਰ ਰਹੇ ਆ। ਤੇ BC ਦੇ ਵਿੱਚ ਸਭ ਤੋਂ ਵੱਧ ਜੇ ਕੋਈ ਕਲੈਪਸ ਹੋਇਆ ਸਿਸਟਮ ਤਾਂ BC ਦੇ ਵਿੱਚ ਹੋਇਆ। ਹਾਂਜੀ। ਤੇ ਇੱਥੇ ਦੀ ਸਰਕਾਰ ਨੇ ਕੰਨਾਂ ਤੇ ਰੂੰ ਪਾਇਆ ਵੀ ਗੱਲ ਸੁਣਨੀ ਨਹੀਂ, ਅੱਖਾਂ ਮੀਟੀਆਂ ਵੀ ਅਸੀਂ ਦੇਖਣੀ ਨਹੀਂ। ਕੱਲ ਫੋਰਸਫੁਲੀ, ਕਿਉਂਕਿ ਬੱਚੇ ਦੀ ਮੌਤ ਹੋਈ ਹੈ ਨਾ, ਇਸ ਕਰਕੇ ਸਾਡੇ ਪ੍ਰੀਮੀਅਰ ਨੂੰ ਪ੍ਰੈਸ ਕਾਨਫਰੰਸ ਕਰਨੀ ਪਈ। ਹਾਂਜੀ। ਉਹੀ ਜਿਹੜੀ ਗੱਲ ਕਰਨੀ ਹੁੰਦੀ ਹੈ, ਅਸੀਂ ਹੁਣ ਫਿਰ ਸੁਧਾਰ ਲਿਆਵਾਂਗੇ। ਐਂਬੂਲੈਂਸ ਦੀ ਗੱਲ ਅੱਜ ਦਾ ਹੀ ਨਹੀਂ ਕਰਦੇ, ਐਂਬੂਲੈਂਸ ਦੀ ਗੱਲਾਂ ਪਿਛਲੇ ਸਾਲ ਵੀ ਕਰਦੇ ਸੀ। ਪਿਛਲੇ ਸਾਲ ਜਦੋਂ ਗਰਮੀ ਜ਼ਿਆਦਾ ਪਈ ਸੀ, ਕਈ ਮੌਤਾਂ ਹੋਈਆਂ ਇਸ ਕਰਕੇ ਕਿ ਉੱਥੇ ਐਂਬੂਲੈਂਸ ਨਹੀਂ ਪਹੁੰਚੀ। ਹਾਂਜੀ। ਹੁਣ ਤੁਸੀਂ ਇਹਨਾਂ ਨੇ ਵਿਕਟੋਰੀਆ ਵਾਲੀ ਸਰਕਾਰ ਨੂੰ ਪੁੱਛਣਾ ਚਾਹੀਦਾ ਕਿ ਕਿੰਨੀਆਂ ਮੌਤਾਂ ਦੇ ਬਾਅਦ ਤੁਸੀਂ ਗੱਲ ਕਰਨੀ ਹੈ। ਦੇਖੋ ਡਾਕਟਰ ਸਾਹਿਬ, ਜਦੋਂ ਕੋਈ ਵੀ ਮੌਤ ਹੁੰਦੀ ਆ ਉਹਦੇ ਤੋਂ ਬਾਅਦ ਕਹਿ ਦਿੰਦੇ ਨੇ ਕਿ ਅਸੀਂ ਰਿਵਿਊ ਕਰਾਂਗੇ। ਇਹ ਕਿਹੜਾ ਰਿਵਿਊ ਇਹੋ ਜਿਹਾ ਜਿਹਦਾ ਕੋਈ ਰਿਜ਼ਲਟ ਹੀ ਨਹੀਂ ਨਿਕਲਦਾ ਹੈਗਾ। ਹੁਣ ਵੀ ਇਹਦੇ ਵਿੱਚ BC ਐਮਰਜੈਂਸੀ ਹੈਲਥ ਸਰਵਿਸ ਵਾਲਿਆਂ ਨੇ ਕਹਿਤਾ ਕਿ ਅਸੀਂ ਰਿਵਿਊ ਕਰਨਾ ਜਿਹੜੇ ਹਾਲਾਤਾਂ 'ਚ ਉਸ ਬੱਚੇ ਦੀ ਜਾਨ ਚਲੇ ਗਈ। ਇਹਨਾਂ ਦੇ ਰਿਵਿਊ ਕਰਨ ਦਾ ਕੀ ਫਾਇਦਾ? ਬੱਚਾ ਤਾਂ ਦੁਨੀਆ ਤੋਂ ਚਲਾ ਗਿਆ। ਇੱਥੇ ਰਿਵਿਊ ਕਰਨ ਦਾ ਉਹੀ ਹੁੰਦਾ ਜਦੋਂ ਸਾਡੇ ਸੈੱਟ ਤੇ ਸੈੱਟ ਨਹੀਂ ਬਣਦੀ। ਹਾਂਜੀ। ਹਮੇਸ਼ਾ ਹੀ ਸੈੱਟ ਬਣੀ ਹੁੰਦੀ ਉੱਥੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਤੇ ਉਹਨਾਂ ਨੇ ਇੱਕ ਨੇ 3-4 ਸਾਲਾਂ ਬਾਅਦ ਕੋਈ ਰਿਪੋਰਟ ਨਹੀਂ ਦੇਣੀ, ਇੱਕ ਫੇਰ ਸਕੈਮ ਕਰ ਦਿੰਦੇ ਆ। ਇੱਥੇ ਵੀ ਰਿਵਿਊ ਕਰਦੇ ਆ। ਪ੍ਰੀਮੀਅਰ ਨੇ ਵੀ ਇਹ ਕਹਿਤਾ ਕਿ ਅਸੀਂ ਹੋਰ ਐਂਬੂਲੈਂਸ ਲੈ ਕੇ ਆਵਾਂਗੇ। ਹੁਣ ਇਹਨਾਂ ਨੂੰ ਸੁਰਤ ਆਈ ਆ ਵੀ ਐਂਬੂਲੈਂਸ ਹੋਰ ਲੈ ਕੇ ਆਵਾਂਗੇ। ਪਿਛਲੇ ਸਾਲ ਦੇ ਰੌਲਾ ਪਾ ਰਹੇ ਆ ਲੋਕੀ ਜੀ। ਅੱਛਾ, ਫਿਰ ਦੇਖੋ ਇੱਥੇ ਇੱਕ ਹੋਰ ਗੱਲ ਹੈ। ਇਹ ਯੂਨੀਅਨ ਵਾਲੇ ਬੰਦੇ ਆ ਨਾ ਸਾਰੇ, ਹਾਰਗਨ ਜਿਹੜਾ ਹੈ ਉਹ ਸਿਰਫ ਤੇ ਸਿਰਫ ਯੂਨੀਅਨ ਦੀ ਗੱਲ ਸੁਣਦਾ ਹੈ। ਆਪ ਵੀ ਯੂਨੀਅਨ ਦਾ ਮੈਂਬਰ ਰਿਹਾ ਔਰ ਲੀਡਰ ਰਿਹਾ ਯੂਨੀਅਨ ਦਾ। ਯੂਨੀਅਨ ਵਾਲਿਆਂ ਨੇ ਕੀ ਕੀਤਾ ਹੈ ਕਿ ਜਿਹੜਾ ਛੋਟਾ ਜਿਹਾ ਟਾਊਨ ਆ ਉਹਨਾਂ ਦਾ ਪਹਿਲਾਂ ਵੀ ਇਹੀ ਉਹ ਕਹਿੰਦੇ ਸਾਡਾ ਤਜਰਬਾ ਆ। ਮੇਅਰ ਨੇ ਗੱਲ ਕੀਤੀ ਉੱਥੇ ਨੇ, ਉਹ ਕਹਿੰਦੇ ਸਾਡੇ ਤਜਰਬੇ ਦੇ ਵਿੱਚ ਵੀ ਜਦੋਂ ਵੀ ਐਂਬੂਲੈਂਸ ਇੱਥੇ ਪਹੁੰਚਦੀ ਬੜੀ ਲੇਟ ਪਹੁੰਚਦੀ ਆ। ਹਾਂਜੀ। ਤੇ ਉਹਨਾਂ ਨੇ ਇੱਕ ਵਲੰਟੀਅਰ ਫੋਰਸ ਪੈਦਾ ਕੀਤੀ ਆਪਣੇ ਲੋਕਾਂ ਦੀ। ਆਪਣੇ ਕੋਲੋਂ ਹੀ ਉਹਨਾਂ ਨੇ ਵਹੀਕਲ ਦਿੱਤੀ ਕਿ ਜਿਹੜੇ ਛੋਟੇ ਛੋਟੇ ਸ਼ਹਿਰ ਆ ਉੱਥੇ ਜਾ ਕੇ ਤੁਸੀਂ ਐਂਬੂਲੈਂਸ ਤਾਂ ਦੇਰ ਲਾਉਂਦੀ ਆ, ਤੁਸੀਂ ਹਸਪਤਾਲ ਚਲੇ ਜਾਓ ਲੈ ਕੇ।
ਪਰ ਇਹਨਾਂ ਨੇ ਜਿਹੜੀ ਐਂਬੂਲੈਂਸ ਵਾਲੇ ਇਹਨਾਂ ਦੇ ਵਿੱਚ ਯੂਨੀਅਨ ਤਕੜੀ ਬਹੁਤ ਆ, ਇਹਨਾਂ ਨੇ ਉਹ ਬਣ ਨਹੀਂ ਦਿੱਤੀ। ਔਰ ਹਸਪਤਾਲ ਉਹਨਾਂ ਨੂੰ ਉਸ ਮਰੀਜ਼ ਨੂੰ ਫਿਰ ਦੇਖਦੇ ਨੇ, ਦੇਖੋ ਕਿੰਨੇ ਕੇਸ ਸਾਤਾਂ ਜਾਂਦੇ ਇਹ। ਹਾਂਜੀ, ਜਿਹੜੀ ਗੱਲ ਮੇਰਾ ਖਿਆਲ ਝਾੜਖੰਡ 'ਚ ਨਹੀਂ ਹੁੰਦੀ, ਉਹ ਇੱਥੇ ਹੁੰਦੀ BC ਦੇ ਵਿੱਚ। ਜੀ ਬਿਲਕੁਲ ਡਾਕਟਰ ਸਾਹਿਬ, ਉਹ ਅਲਾਓ ਹੀ ਨਹੀਂ ਹੈਗੇ। ਦੇਖੋ ਕਿਸੇ ਦੀ ਜਾਨ ਬਚ ਸਕਦੀ ਆ, ਪਰ ਇਹਨਾਂ ਦੀ ਯੂਨੀਅਨ ਵਾਲਿਆਂ ਦੀ ਜਿਹੜੀ ਹੈਗੀ ਆ, ਕਹਿ ਲਓ ਕਿ ਆਪਣੇ ਰੂਲਸ ਐਂਡ ਰੈਗੂਲੇਸ਼ਨਸ ਵਿੱਚ ਆ ਜਾਂਦੇ ਆ। ਨਹੀਂ, ਇਹਦਾ ਦੀ ਦੇਖਿਓ ਤੁਸੀਂ ਹੁਣ ਦੇਖਿਓ 2024 ਨੂੰ ਦੇਖਿਓ, ਜਿਹੜੇ MLA ਹਾਰਨੇ ਆ ਨਾ, ਹਾਂਜੀ, ਜਿਹੜੇ ਤਾਂ ਯੂਨੀਅਨ 'ਚ ਕੰਮ ਕਰਦੇ ਰਹੇ ਆ, ਜਿਨ੍ਹਾਂ ਨੇ ਆਰਗੇਨਾਈਜ਼ ਕੀਤੀਆਂ ਯੂਨੀਅਨ, ਮੈਂ ਵੀ ਉਹਨਾਂ 'ਚੋਂ ਆ। ਮੈਂ ਵੀ ਆਪਣੀ ਯੂਥ ਵੇਲੇ ਯੂਨੀਅਨ ਆਰਗੇਨਾਈਜ਼ਰ ਹੁੰਦਾ ਸੀ। ਜਿੱਥੇ ਪਹਿਲਾਂ ਕਦੇ ਨਹੀਂ ਸੀ ਬਣੀ, ਉੱਥੇ ਮੈਂ ਯੂਨੀਅਨ ਬਣਾਈ। ਜਿੱਥੇ ਪਹਿਲਾਂ ਯੂਨੀਅਨ ਲੈਸ ਵਰਕਰ ਸੀਗੇ, ਹਾਂਜੀ, ਉੱਥੇ ਮੈਂ ਪਹਿਲੀ ਵਾਰ ਯੂਨੀਅਨ ਬਣਾਈ। ਮੈਂ ਕਦੇ ਯੂਨੀਅਨ 'ਚ ਕੰਮ ਨਹੀਂ ਕੀਤਾ, ਮੈਂ ਕਦੇ ਢੇਲੀ ਨਹੀਂ ਲਈ ਇਹਨਾਂ ਤੋਂ। ਇੱਥੇ ਤੁਸੀਂ ਦੇਖਿਓ, ਉਹ MLA ਫਿਰ ਯੂਨੀਅਨ ਦੀ ਪੈਸਿਆਂ ਤੇ ਹੋਣਗੇ, ਸਾਲ ਦੇ ਵਿੱਚ ਉਹਨਾਂ ਨੂੰ ਪੈਸੇ ਮਿਲਣਗੇ, ਜਿਨ੍ਹਾਂ ਨੇ ਯੂਨੀਅਨ ਦੇ ਲਈ ਡੱਕਾ ਨਹੀਂ ਕੰਮ ਕੀਤਾ। ਔਰ ਬੇਸ਼ਰਮ ਹੋ ਕੇ ਉਹ ਤਨਖਾਹ ਲੈਣ ਲਈ, ਇੰਨੀ ਬੇਸ਼ਰਮੀ ਬੰਦੇ ਨੂੰ ਹੋ ਜਾਵੇ, ਉਹ ਆਪਣਾ ਮੂੰਹ ਕਿੱਦਾਂ ਦੇਖਦੇ ਆ ਸ਼ੀਸ਼ੇ ਦੇ ਵਿੱਚ, ਇਹ ਮੈਨੂੰ ਸਮਝ ਨਹੀਂ ਆਉਂਦੀ। ਦੇਖੋ ਡਾਕਟਰ ਸਾਹਿਬ, ਅੰਤਰਾਤਮਾ ਤਾਂ ਇਹਨਾਂ ਦੀ ਮਰ ਚੁੱਕੀ ਹੋਈ ਆ। ਹੁਣ ਜਿਵੇਂ ਉੱਥੋਂ ਦੇ ਮੇਅਰ ਨੇ ਇੱਕ ਗੱਲ ਹੋਰ ਵੀ ਦੱਸੀ, ਥੋੜੇ ਦਿਨ ਪਹਿਲਾਂ ਉੱਥੇ ਇੱਕ ਹੋਰ ਵੀ ਇਨਸੀਡੈਂਟ ਇਦਾਂ ਹੀ ਵਾਪਰੀ ਸੀ। ਇੱਕ ਨਾ ਔਰਤ ਨੂੰ ਸਟ੍ਰੋਕ ਹੋ ਗਿਆ, ਉਹ ਐਂਬੂਲੈਂਸ ਦੀ ਵੇਟ ਕਰਦੇ ਸੀ। ਜਦੋਂ ਐਂਬੂਲੈਂਸ ਨਹੀਂ ਆਈ ਤਾਂ ਜਿਹੜੀ ਉਹ ਔਰਤ ਦੀ ਕੁੜੀ ਸੀ, ਆਪੇ ਆਪਣੀ ਮਾਂ ਨੂੰ ਲੈ ਕੇ ਜਾ ਰਹੀ ਸੀ ਹਸਪੀਟਲ। RCMP ਆਫੀਸਰ ਨੇ ਉਹਨੂੰ ਰਸਤੇ ਵਿੱਚ ਰੋਕ ਲਿਆ ਕਿ ਤੂੰ ਓਵਰ ਸਪੀਡ ਕਰ ਰਹੀ ਹੈਗੀ ਆ। ਮਤਲਬ ਕਿ ਉਹਦੀ ਮੰਮੀ ਕਾਰ ਦੇ ਵਿੱਚ ਸੀ, ਉਹਦੀ ਇੰਨੀ ਕ੍ਰਿਟੀਕਲ ਕੰਡੀਸ਼ਨਸ ਸੀ, ਤੇ RCMP ਆਫੀਸਰ ਉਹਦੀ ਇਨਵੈਸਟੀਗੇਸ਼ਨ ਜਾਓ ਤਾਂ ਕੁਐਸਚਨਿੰਗ ਕਰ ਰਿਹਾ ਸੀ ਉਸ ਵਕਤ। ਜਿਹੜੇ RCMP ਦੇ ਵਿੱਚ ਬੰਦੇ ਆ, ਪੁਲਿਸ ਦੇ ਵਿੱਚ ਬੰਦੇ ਆ, ਅਸੀਂ ਸੋਚਦੇ ਹਾਂ ਵੀ ਇਹਨਾਂ ਨੂੰ ਥੋੜੀ ਜਿਹੀ ਅਕਲ ਹੋਊਗੀ। ਇਹ ਤਾਂ ਸਾਡੀ ਸੋਚਣੀ ਹੈ ਨਾ। ਤੁਸੀਂ ਜਾ ਕੇ ਦੇਖੋ, ਮੇਰਾ ਇੱਕ ਦੋਸਤ ਹੁੰਦਾ ਸੀ, ਉਹ ਆਰਮੀ ਅਫਸਰ ਸੀ, ਇੱਥੇ ਅਰਟਿਲਰੀ ਦਾ ਅਫਸਰ ਸੀ। ਉਹਦੀ ਮੇਰੇ ਨਾਲ ਸ਼ਰਤ ਲਾਈ ਹੁੰਦੀ, ਕਹਿੰਦਾ ਵੀ ਤੈਨੂੰ ਕੋਈ ਅਕਲ ਵਾਲਾ ਪੁਲਿਸ ਵਾਲਾ ਮਿਲ ਜਾਵੇ ਤਾਂ ਮੈਨੂੰ ਮਿਲਾਈ ਜ਼ਰੂਰ। ਮੈਂ ਕਿਹਾ ਯਾਰ ਥੋੜੇ ਬਹੁਤ ਤਾਂ ਅਕਲ ਵਾਲੇ ਹੋਣੇ ਹੀ ਆ। ਉਹਦਾ ਮਤਲਬ ਉਹ ਕਹਿੰਦਾ ਮੇਰਾ ਜ਼ਾਤੀ ਤਜਰਬਾ ਆ, ਮੈਂ ਅੱਜ ਤਾਈਂ ਕਿਸੇ ਨੂੰ ਅਕਲ ਵਾਲੇ ਨੂੰ ਬੰਦੇ ਨੂੰ ਪੁਲਿਸ 'ਚ ਸਰਵਿਸ ਕਰਦਾ ਨਹੀਂ ਦੇਖਿਆ। ਇੱਥੇ ਦਾ ਬੰਦਾ ਉਹ ਲੈਂਗਲੀ ਦਾ। ਤੇ ਇਹ ਗੱਲ ਇਹ ਵੀ ਠੀਕ ਹੈ ਵੀ ਤੂੰ ਇਹ ਤਾਂ ਦੇਖ ਲਾ ਕਿ ਤੁਹਾਨੂੰ ਦੱਸ ਰਿਹਾ ਕਿ ਇਹਨੂੰ ਸਟ੍ਰੋਕ ਹੋ ਰਿਹਾ ਹੈ ਇਸ ਵੇਲੇ। ਹਾਂਜੀ, ਜਿੰਨੀ ਸਟ੍ਰੋਕ ਦੇ ਵਿੱਚ ਸਭ ਤੋਂ ਵੱਡੀ ਗੱਲ ਹੁੰਦੀ ਆ ਟਾਈਮਿੰਗ, ਕਿਉਂਕਿ ਤੁਹਾਡੇ ਦਿਮਾਗ ਨੂੰ ਉਸ ਵੇਲੇ ਖੂਨ ਨਹੀਂ ਜਾ ਰਿਹਾ। ਜਿੰਨਾ ਚਿਰ ਤੁਸੀਂ ਹਸਪਤਾਲ ਦੇ ਅੰਦਰ ਨਹੀਂ ਵੜਦੇ, ਜਿੰਨਾ ਚਿਰ ਉਹ ਤੁਹਾਡੀ ਖੂਨ ਰਿਸਟੋਰ ਨਹੀਂ ਕਰਦੇ ਦਿਮਾਗ ਨੂੰ, ਉਨਾ ਚਿਰ ਨੁਕਸਾਨ ਹੋ ਰਿਹਾ। ਟਾਈਮਿੰਗ ਸਭ ਤੋਂ ਵੱਧ ਇੰਪੋਰਟੈਂਟ ਹੈ। ਹਾਂਜੀ, ਤੇ ਇਹ ਮੇਰਾ ਖਿਆਲ ਲੈਸਨ ਦੇਣਾ ਚਾਹੀਦਾ। ਇਦਾਂ ਆਮ ਤੌਰ ਤੇ ਜਿਹੜੇ ਸਿਕਿਉਰਿਟੀ ਵਾਲੇ ਬੰਦੇ ਆ, ਵੈਸੇ ਆਰਮੀ ਦੇ ਵਿੱਚ ਤਾਂ ਇੱਥੇ ਅਫਸਰਾਂ ਨੂੰ ਜ਼ਰੂਰ ਫਸਟ ਏਡ ਕਰਾਉਂਦੇ ਆ। ਇਹਨਾਂ ਨੂੰ ਸ਼ਾਇਦ ਪੁਲਿਸ ਵਾਲਿਆਂ ਨੂੰ ਵੀ ਚਾਹੀਦਾ ਕਿ ਇਹਨਾਂ ਨੂੰ ਵੀ ਫਸਟ ਏਡ ਕਰਾਉਣ, ਤਾਂ ਕਿ ਇਹਨਾਂ ਨੂੰ ਥੋੜੀ ਜਿਹੀ ਜਨਰਲ ਇਨਫੋਰਮੇਸ਼ਨ ਤਾਂ ਹੋਵੇ ਵੀ ਜੇ ਕੋਈ ਸਟ੍ਰੋਕ ਦਾ ਮਤਲਬ ਕੀ ਹੁੰਦਾ ਹੈ, ਇਹ ਹਾਰਟ ਅਟੈਕ ਦਾ ਮਤਲਬ ਕੀ ਹੁੰਦਾ ਹੈ। ਜੀ, ਤੁਸੀਂ ਉਹਨੂੰ ਰੋਕ ਕੇ ਖੜੇ ਆ, ਤੁਸੀਂ ਸਵਾਲ ਕਰ ਰਹੇ ਆ, ਠੀਕ ਹੈ, ਉਹਨੂੰ ਕਹੋ ਵੀ ਤੂੰ ਸਪੀਡ ਤੇ ਚੱਲ ਜਾ, ਕੋਈ ਗੱਲ ਨਹੀਂ, ਪਰ ਮੈਂ ਤੇ ਕਈ ਜਗ੍ਹਾ ਤੇ ਤੁਹਾਨੂੰ ਆਪ ਲੈ ਕੇ ਚੱਲ ਜਾਂਦੇ ਪੁਲਿਸ ਵਾਲੇ। ਮੈਂ US ਦੇ ਵਿੱਚ ਇੱਕ ਜਗ੍ਹਾ ਤੇ ਪੁਲਿਸ ਵਾਲੇ ਨੂੰ ਪੁੱਛ ਬੈਠਾ ਰਾਹ, ਇੰਡੀਆਨਾ ਸਟੇਟ ਦੇ ਵਿੱਚ, ਛੋਟਾ ਬਿਲਕੁਲ ਛੋਟਾ ਜਿਹਾ ਪਿੰਡ ਸੀ। ਹਾਂਜੀ, ਤੇ ਮੈਨੂੰ ਉੱਥੇ ਜਿਸ ਜਗ੍ਹਾ ਤੇ ਮੈਂ ਠਹਿਰਨਾ ਸੀ, ਮੈਨੂੰ ਲੱਭੇ ਨਾ, ਉਹਨਾਂ ਜ਼ਮਾਨੇ GPS ਹੈ ਨਹੀਂ ਸੀ। ਤੇ ਉਸ ਬੰਦੇ ਨੂੰ ਮੈਂ ਪੁੱਛਿਆ, ਉਹ ਕਹਿੰਦਾ ਮੈਨੂੰ ਫਾਲੋ ਕਰ, ਤੈਨੂੰ ਨਹੀਂ ਲੱਭਣਾ। ਕਹਿੰਦਾ ਉਹਨੇ ਮੂਹਰੇ ਕਾਰ ਚਲਾਈ ਤਾਂ ਮੈਂ ਉਹਦੇ ਪਿੱਛੇ ਲਾਈ। ਇਹ ਬੰਦੇ ਦਾ ਖਿਆਲ ਹੀ ਆ, ਉਹ ਹੈਲਪ ਕਰਨ ਆਇਆ। ਹਾਂਜੀ, ਜਾਂ ਕਹਿ ਲਓ ਕਿ ਛੋਟੇ ਸ਼ਹਿਰ ਦਾ ਕਰਕੇ, ਬਈ ਉਹ ਵੱਡੇ ਸ਼ਹਿਰ ਵਾਲੀਆਂ ਪ੍ਰੋਬਲਮ ਹੈ ਨਹੀਂ ਸੀ ਉਹਨੂੰ। ਹਾਂਜੀ, ਤੇ ਉਹਨਾਂ ਨੇ ਉਹ ਅਕਲ ਦੀ ਗੱਲ ਕੀਤੀ, ਹਾਲਾਂਕਿ ਕੋਈ ਐਮਰਜੈਂਸੀ ਨਹੀਂ, ਤਾਂ ਮੈਂ ਤਾਂ ਵੈਸੇ ਹੀ ਜਗ੍ਹਾ ਲੱਭਦਾ ਰਿਹਾ। ਵੈਸੇ ਡਾਕਟਰ ਸਾਹਿਬ, ਜਿਹੜੇ ਸਮਾਲ ਟਾਊਨਸ ਹੁੰਦੇ ਆ, ਉੱਥੋਂ ਦੇ ਜਿਹੜੇ ਲੋਕ ਆ ਮਦਦਗਾਰ ਬਹੁਤ ਹੁੰਦੇ ਆ। ਉੱਥੇ ਦੇ ਲੋਕ ਮਦਦਗਾਰ ਹੈ, ਪਰ ਉਹਨਾਂ ਨੂੰ ਮਦਦ ਕਰ ਨਹੀਂ ਦਿੰਦੇ। ਜਿੱਦਾਂ ਹੁਣ ਇਸ ਛੋਟੇ ਟਾਊਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਲਿਜਾਣਾ ਚਾਹੁੰਦੇ ਆ, ਤੇ ਹਸਪਤਾਲ ਵਾਲੇ, ਐਂਬੂਲੈਂਸ ਵਾਲੇ ਸਾਨੂੰ ਡਿਸਕਰੇਜ ਕਰਦੇ ਆ। ਹਾਂਜੀ, ਬਿਲਕੁਲ ਡਾਕਟਰ ਸਾਹਿਬ, ਅਖੀਰ ਦੇ ਵਿੱਚ ਤਾਂ ਇਹੀ ਆ ਕਿ ਹੈਲਥ ਕੇਅਰ ਸਿਸਟਮ ਜਿਹੜਾ ਹੈਗਾ ਪੂਰੀ ਤਰ੍ਹਾਂ ਕੋਲੈਪਸ ਹੋ ਚੁੱਕਿਆ। ਆਏ ਦਿਨ ਇੰਨੀਆਂ ਜ਼ਿਆਦਾ ਮੌਤਾਂ ਹੁੰਦੀਆਂ ਨੇ, ਲੋਕਾਂ ਨੂੰ ਸਮੇਂ ਸਿਰ ਮੈਡੀਕਲ ਅਸਿਸਟੈਂਸ ਨਹੀਂ ਮਿਲਦੀ ਹੈਗੀ।
ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਡਾਕਟਰ ਸਾਹਿਬ, TD ਬੈਂਕ ਨੇ 2023 ਵਿੱਚ ਘਰਾਂ ਦੀਆਂ ਕੀਮਤਾਂ ਦੇ ਸਬੰਧ ਦੇ ਵਿੱਚ ਇੱਕ ਉਹਨਾਂ ਨੇ ਰਿਪੋਰਟ ਜਿਹੜੀ ਹੈਗੀ ਆ ਉਹ ਪਬਲਿਸ਼ ਕੀਤੀ ਆ। ਉਹਦੇ ਹਿਸਾਬ ਦੇ ਨਾਲ ਘਰਾਂ ਦੀਆਂ ਕੀਮਤਾਂ 25% ਤੱਕ ਡਿੱਗਣ ਦੀ ਉਹਨਾਂ ਨੇ ਭਵਿੱਖਬਾਣੀ ਕੀਤੀ ਆ। ਕੀ ਕਹਿਣਾ ਚਾਹੋਗੇ? ਦੇਖੋ, ਇਹ ਵੀ ਕੁਦਰਤ ਦਾ ਇੱਕ ਅਸੂਲ ਹੈ ਕਿ ਜਿਹੜੀ ਚੀਜ਼ ਬਹੁਤ ਤਾਂ ਚੜ੍ਹਦੀ ਆ ਉਹ ਥੱਲੇ ਡਿੱਗਣੀ ਹੈ। ਹਾਂਜੀ। ਔਰ ਜਿਹੜੀ ਇਹ ਸਾਡੀ ਇਕਨੋਮੀ ਆ ਇਹਦੇ ਤੇ ਜ਼ਿਆਦਾ ਸਪਲਾਈ ਐਂਡ ਡਿਮਾਂਡ ਦੀ ਗੱਲ ਕਰਦੇ ਆ ਨਾ। ਸਪਲਾਈ ਘਟ ਗਈ ਪੈਂਡੇਮਿਕ ਦਾ ਕਰਕੇ, ਡਿਮਾਂਡ ਉਨੀ ਸੀ। ਹਾਂਜੀ। ਅੱਛਾ, ਦੂਸਰਾ ਗੱਲ ਸੀ ਡਿਮਾਂਡ ਇੱਕ ਖਾਸ ਤਬਕੇ ਦੀ ਵਧੀ ਜਿਹੜੀ ਕਿ ਯੂਨੀਕ ਹੈ। ਇੱਕ ਖਾਸ ਉਹ ਸੀਗੇ ਜਿਹੜੇ ਬੰਦੇ ਰੈਂਟ ਤੇ ਰਹਿੰਦੇ ਆ। ਹਾਂਜੀ। ਜਿਹੜੇ ਬੰਦੇ ਰੈਂਟ ਤੇ ਰਹਿੰਦੇ ਸੀ, ਖਾਸ ਤੌਰ ਤੇ ਅਪਾਰਟਮੈਂਟਸ ਕੰਡੋਮੀਨੀਅਮਸ ਦੇ ਵਿੱਚ ਨਾ, ਉਹਨਾਂ ਬੰਦਿਆਂ ਨੂੰ ਇਹ ਪੈਂਡੇਮਿਕ ਤੇ ਜ਼ਿਆਦਾ ਤੰਗ ਹੋਏ ਆ। ਕਿਉਂਕਿ ਜਿਹੜਾ ਬੰਦਾ ਆਪਣੇ ਘਰ 'ਚ ਇੰਡੀਪੈਂਡੈਂਟਲੀ ਰਹਿੰਦਾ ਆਜ਼ਾਦ ਤੌਰ ਤੇ, ਉਹ ਕਿਸੇ ਨੂੰ ਅੰਦਰ ਵੜਨ ਦੇਣ ਚਾਹੇ ਨਾ ਵੜਨ ਦੇਣ, ਉਹ ਤਾਂ ਕੋਈ ਇਸ਼ੂ ਨਹੀਂ। ਉਹ ਤਾਂ ਇਕੱਲੇ ਤੁਰੇ ਫਿਰਦੇ ਆ। ਹਾਂਜੀ। ਬਾਹਰ ਵੀ ਨਿਕਲਦੇ ਇਕੱਲੇ ਹੀ ਹੁੰਦੇ। ਓਨਰ ਆ, ਉਹ ਤਾਂ ਕੁਝ ਵੀ ਕਰ ਸਕਦੇ ਆ। ਓਨਰ ਆ ਉਹ। ਜਿਹੜੇ ਹੈਗੇ ਆ ਅਪਾਰਟਮੈਂਟ ਦੇ ਵਿੱਚ ਰਹਿੰਦੇ ਜਾਂ ਕੰਡੋਮੀਨੀਅਮ ਦੇ ਵਿੱਚ ਰਹਿੰਦੇ ਸੀ, ਉਹ ਬਾਹਰ ਤਾਂ ਉਹੀ ਕੋਰੀਡੋਰ ਆ। ਹਾਂਜੀ। ਜਦੋਂ ਤੁਸੀਂ ਘਰੋਂ ਬਾਹਰ ਨਿਕਲੇ ਆ, ਇੱਕ ਤਾਂ ਬਿਲਕੁਲ ਜਗ੍ਹਾ ਥੋੜੀ ਆ। ਹਾਂਜੀ। ਉਹਦੇ ਵਿੱਚ ਵਾਇਰਸ ਆ ਸਕਦੀ ਤੁਹਾਨੂੰ। ਇੱਕ ਵੈਸੇ ਲੋਕੀ ਵਾਇਰਸ ਕਰਕੇ ਸਟ੍ਰੈਸ ਵਿੱਚ ਬਹੁਤ ਸੀਗੇ। ਉਹਨਾਂ ਨੂੰ ਜ਼ਿਆਦਾ ਸਟ੍ਰੈਸ ਸੀ। ਹਾਂਜੀ। ਬਿਲਕੁਲ ਤੁਸੀਂ ਸਹੀ ਕਿਹਾ ਡਾਕਟਰ ਸਾਹਿਬ। ਪੈਂਡੈਮਿਕ ਦੇ ਦੌਰਾਨ ਕਿਉਂਕਿ ਜਦੋਂ ਸਾਰਾ ਲਾਕਡਾਊਨ ਹੋ ਗਿਆ, ਲੋਕਾਂ ਨੂੰ ਜ਼ਿਆਦਾ ਸਮਾਂ ਘਰ ਦੇ ਵਿੱਚ ਬਤੀਤ ਕਰਨਾ ਪੈ ਗਿਆ, ਉਦੋਂ ਕਾਫੀ ਜ਼ਿਆਦਾ ਸਟ੍ਰੈਸ ਦੇ ਵਿੱਚ ਸੀ ਲੋਕ। ਉਹ ਜਿਹੜਾ ਤਬਕਾ ਉੱਥੇ ਵਾਲਾ ਸੀ, ਉਹਨਾਂ ਨੇ ਘਰ ਖਰੀਦਣੇ ਸ਼ੁਰੂ ਕੀਤੇ। ਹਾਂਜੀ। ਜਿਹੜੀ ਡਿਮਾਂਡ ਇੱਕਦਮ ਵਧੀ ਹੈ ਨਾ, ਇਹ ਇਦਾਂ ਨਹੀਂ ਵੀ ਲੋਕਾਂ ਦੇ ਕੋਲ ਪੈਸੇ ਜ਼ਿਆਦਾ ਆ ਗਏ, ਫਟਾਫਟ ਵੱਧ ਗਈ, ਵੀ ਸਿਰਫ ਸਪਲਾਈ ਘੱਟ ਕਰਕੇ। ਇਹ ਸਾਈਕੋਲੋਜੀਕਲ ਇਸ਼ੂ ਵੀ ਸੀ ਕਿ ਜੇ ਬਚਣਾ ਆ ਤਾਂ ਫਿਰ ਤਰੀਕਾ ਇਹੀ ਬਚਣ ਦਾ ਕਿ ਤੁਹਾਡੇ ਤੋਂ ਇੰਡੀਪੈਂਡੈਂਟ ਆਪਣਾ ਆਜ਼ਾਦ ਘਰ ਹੋਣਾ ਚਾਹੀਦਾ। ਹਾਂਜੀ। ਤੇ ਉਹਦਾ ਕਰਕੇ ਕੀਮਤਾਂ ਵੱਧ ਗਈਆਂ। ਹੁਣ ਪੈਂਡੇਮਿਕ ਖਤਮ ਹੋਣ ਆਇਆ, ਜਾਂ ਕਮ ਸੇ ਕਮ ਲੋਕਾਂ ਨੂੰ ਲੱਗਦਾ ਵੀ ਜੇ ਹੋ ਵੀ ਗਿਆ ਕੋਈ ਏਡੀ ਗੱਲ ਨਹੀਂ। ਅੱਗੇ ਵੀ ਫਲੂ ਹੁੰਦਾ ਹੀ ਸੀ ਕਿਉਂਕਿ ਸਾਡੇ ਟੀਕੇ ਵਗੈਰਾ ਲੱਗੇ ਆ। ਜੇ ਹੋਇਆ ਕਿਸੇ ਨੂੰ ਉਹਦੇ ਐਂਟੀਬਾਡੀਜ਼ ਬਣੀਆਂ ਆ। ਹਾਂਜੀ। ਤੇ ਹੁਣ ਅਗਲੇ ਸਾਲ ਦੇ ਵਿੱਚ ਜਿੱਦਾਂ ਕੀਮਤਾਂ ਕਹਿ ਰਹੇ ਆ, ਪਹਿਲੀ ਤਾਂ ਗੱਲ ਉਹ ਕਹਿ ਰਹੇ ਕਿ ਜਿਹੜੀ ਘਰਾਂ ਦੀ ਸੇਲ ਆ ਉਹ 35% ਤਾਈਂ ਘਟੂਗੀ। ਹਾਂਜੀ। ਦੂਸਰਾ ਕਿਆਸ ਰਾਈ ਹੈ ਕਿ 25% ਤਾਈਂ ਹੋਰ ਕੀਮਤਾਂ ਘਟਣਗੀਆਂ। ਹੋ ਸਕਦਾ ਜਿਸ ਤੋਂ ਜ਼ਿਆਦਾ ਵੀ ਘਟਣ, ਕਿਉਂਕਿ ਇੱਥੇ ਕਈ ਵਾਰ ਹੋ ਚੁੱਕਾ। 1980-81 ਦੇ ਵਿੱਚ ਇਦਾਂ ਹੀ ਹੋਇਆ ਸੀ। ਇਨਫਲੇਸ਼ਨ ਬਹੁਤ, ਇੰਟਰਸਟ ਰੇਟ ਬਹੁਤ ਜ਼ਿਆਦਾ ਵੱਧ ਗਿਆ, ਇੱਕਦਮ ਹੀ ਕੀਮਤਾਂ ਥੱਲੇ ਨੂੰ। ਜਿਹੜੇ 2 ਲੱਖ ਦੇ ਘਰ ਦੇ ਹੁੰਦੇ ਸੀ, ਉਹ ਮੁੜ ਕੇ 75,000 ਦੇ ਹੋ ਗਏ ਸੀ। ਜਿੰਨੀ ਵੀ ਮੌਰਗੇਜ ਉਹਨਾਂ ਦੀ ਲੋਕਾਂ ਦੀ ਸੀ, ਮੌਰਗੇਜ ਹੀ ਸਿਰਫ ਦਿੰਦੇ ਸੀ, ਉਹ ਕੀਮਤਾਂ ਇੰਨੀਆਂ ਘਟੀਆਂ ਸੀ। ਇਹ ਪੀਰੀਓਡਿਕਲੀ ਹੁੰਦਾ ਆਇਆ। ਜੇ ਕਿਸੇ ਬੰਦੇ ਨੂੰ ਦੱਸੋ ਨਾ, ਖਾਸ ਤੌਰ ਤੇ ਜਿਹੜਾ ਨਵਾਂ ਰੀਅਲ estate ਬਣਿਆ ਹੋਵੇ, ਉਹਨੂੰ ਸਮਝ ਹੀ ਨਹੀਂ ਆਉਂਦੀ। ਉਹਦੇ ਦਿਮਾਗ ਦੇ ਵਿੱਚ ਫਤੂਰ ਇੰਨਾ ਚੜਿਆ ਹੁੰਦਾ, ਉਹਨੂੰ ਲੱਗਦਾ ਨਹੀਂ ਜੀ ਇਹ ਸਿਰੇ ਤੇ ਚੜ ਜਾਣੀ ਹੈ, ਇਹ ਤਾਂ 10 ਮਿਲੀਅਨ ਦਾ ਹੋ ਜਾਣਾ, ਇਹ 15 ਦਾ ਹੋ ਜਾਣਾ। ਇੱਕ ਗੱਲ ਕਾਮਨ ਸਮਝ, ਬਿਲਕੁਲ ਕਾਮਨ ਸੈਂਸ ਆ, ਇਹ ਤਾਂ 10 ਮਿਲੀਅਨ ਦਾ ਹੋਣਾ ਜਦੋਂ ਲੋਕਾਂ ਦੀ ਆਮਦਨ ਵੀ 8 ਮਿਲੀਅਨ ਹੋ ਗਈ। ਹਾਂਜੀ, ਬਿਲਕੁਲ। ਆਮਦਨ ਜੇ ਬਹੁਤ ਘੱਟ ਆ, ਇੱਕਦਮ ਪ੍ਰਾਈਸਿਸ ਵਧੀ ਜਾਂਦੀਆਂ, ਇਹਨਾਂ ਨੇ ਥੱਲੇ ਆਉਣਾ ਹੀ ਆਉਣਾ ਹੈ। ਹਾਂਜੀ। ਕਿਉਂਕਿ ਆਖਰਕਾਰ ਤਾਂ ਲੋਕਾਂ ਨੇ ਖਰੀਦਣੇ। ਜੇ ਉਦਾਂ ਹੀ ਖਰੀਦੀ ਜਾਣਗੇ ਮੱਲੋਂ ਜੋਰੀ, ਕਿੰਨਾ ਕੁ ਚਿਰ ਤੁਸੀਂ ਕਹੀ ਜਾਓਗੇ ਕਿ ਅਸੀਂ ਰੈਂਟ ਵਧਾਈ ਜਾਣਾ। ਹੁਣ ਰੈਂਟ ਬਹੁਤ ਵਧੇ ਆ। ਹਾਂਜੀ। ਇਹ ਵੀ ਇੱਕ ਸੋਲੂਸ਼ਨ ਹੈ ਨਾ। ਲੋਕਾਂ ਦੀ ਮੌਰਗੇਜ ਵੱਧ ਗਈ, ਉਹ ਰੈਂਟ ਵਧਾਉਂਦੇ ਆ। ਹਾਂਜੀ। ਪਰ ਕਿੰਨਾ ਕੁ ਚਿਰ ਰੈਂਟ ਵਧਾਓਗੇ ਤੁਸੀਂ? ਇਹਦੀ ਵੀ ਤਾਂ ਕੋਈ ਲਿਮਿਟ ਹੈ ਨਾ। ਹਾਂਜੀ। ਫੇਰ ਤੁਹਾਡੀ ਆਮਦਨੀ ਵੀ ਲਿਮਿਟ ਆ। ਲੋਕਾਂ ਦੀਆਂ ਜਿਹੜੀ ਉਜਰਤ ਆ, ਜਿਹੜੀ ਪੇ ਆ, ਉਹ ਨਹੀਂ ਵੱਧਦੀ। ਹਾਂਜੀ, ਵੇਜ ਰੇਟ ਤਾਂ ਉਨਾ ਹੀ ਆ। ਸੋ ਅਲਟੀਮੇਟਲੀ ਸਾਰੇ ਜੋ ਕੁਝ ਹੋ ਰਿਹਾ ਆਲੇ ਦੁਆਲੇ, ਉਹ ਇਹੀ ਪੁਆਇੰਟ ਕਰਦਾ ਕਿ ਇਸ ਲੈਵਲ ਤੇ ਸਸਟੇਨ ਨਹੀਂ ਹੋਣੀਆਂ ਜਿਹੜੀਆਂ ਕੀਮਤਾਂ। ਸੋ ਉਹਦਾ ਜੇ ਬੈਂਕ TD ਨੇ ਇਹ ਕਿਹਾ ਆ, TD ਦਾ ਅਸਰ ਵੀ ਪੈਂਦਾ ਹੈ। ਵੱਡੀ ਬੈਂਕ ਆ ਟੋਰਾਂਟੋ ਡੋਮੀਨੀਅਨ। ਹਾਂਜੀ। ਹੁਣ ਦੂਜੇ ਇਕਨੋਮਿਸਟ ਵੀ ਲਿਖਦੇ ਆ, ਜਿਹੜੇ ਕਿ ਘੱਟ ਵੱਧ ਅਸੀਂ ਪੜ੍ਹਦੇ ਹਾਂ, ਲਿਖਦੇ ਤਾਂ ਉਹ ਵੀ ਆ ਕਿ ਕੀਮਤਾਂ ਇੰਨੀਆਂ ਜ਼ਿਆਦਾ ਹਾਈ ਚੱਲ ਗਈਆਂ ਸੀ,
ਇਹਨਾਂ ਨੇ ਥੱਲੇ ਆਉਣਾ ਹੀ ਆਉਣਾ ਹੈ। ਔਰ ਅਗਲੇ ਸਾਲ ਇਸ ਵੇਲੇ ਸ਼ੁਰੂ ਹੋ ਚੁੱਕੀ ਹੈ। ਹੁਣ ਵੀ ਕੀਮਤਾਂ ਥੱਲੇ ਆ ਰਹੀਆਂ ਲਗਾਤਾਰ, ਪਰ ਉਨੀਆਂ ਨਹੀਂ ਆਈਆਂ ਜਿੰਨੀਆਂ ਹੁਣ ਪ੍ਰੈਡਿਕਟ ਕਰ ਰਹੇ ਆ। ਅਗਲੇ ਸਾਲ ਵੈਸੇ ਵੀ ਇਕਨੋਮਿਕ ਐਕਟੀਵਿਟੀ ਜਿਹੜੀ ਆ ਉਹ ਘੱਟ ਹੋ ਜਾਣੀ ਹੈ, ਤਾਂ ਉਹਦੇ ਨਾਲ ਘਰਾਂ ਦੀਆਂ ਕੀਮਤਾਂ ਇਦੋਂ ਵੀ ਵੱਧ ਘਟਣੀਆਂ। ਹਾਂਜੀ, ਬਿਲਕੁਲ ਤੁਸੀਂ ਸਹੀ ਕਿਹਾ ਡਾਕਟਰ ਸਾਹਿਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਘਰਾਂ ਦੀਆਂ ਜਿਹੜੀਆਂ ਕੀਮਤਾਂ ਹੈਗੀਆਂ ਨੇ ਇਹ ਹੋਰ ਵੀ ਜ਼ਿਆਦਾ ਡਾਊਨ ਹੋ ਜਾਣੀਆਂ ਨੇ। ਡਾਕਟਰ ਸਾਹਿਬ, ਮਾਰਕਮ ਓਨਟਾਰੀਓ ਦੇ ਇੱਕ ਰੈਸਟੋਰੈਂਟ ਦੇ ਵਿੱਚ ਫੂਡ ਪੋਇਜ਼ਨਿੰਗ ਦੇ ਕਾਰਨ ਲੋਕਾਂ ਦੀ ਸਿਹਤ ਕਾਫੀ ਜ਼ਿਆਦਾ ਖਰਾਬ ਹੋਈ। ਜਿਨ੍ਹਾਂ ਨੇ ਉੱਥੇ ਖਾਣਾ ਖਾਧਾ ਸੀ ਉਹਨਾਂ ਵਿੱਚੋਂ 12 ਲੋਕਾਂ ਨੂੰ ਮੈਡੀਕਲ ਅਟੈਂਸ਼ਨ ਦੀ ਲੋੜ ਪਈ ਉਸੇ ਵਕਤ, ਤੇ 4 ਦੀ ਹਾਲਤ ਜਿਹੜੀ ਆ ਗੰਭੀਰ ਆ, ਇੰਟੈਂਸਿਵ ਕੇਅਰ ਦੇ ਵਿੱਚ ਉਹਨਾਂ ਨੂੰ ਰੱਖਣਾ ਪਿਆ। ਕੀ ਕਹਿਣਾ ਚਾਹੋਗੇ, ਪੂਰਾ ਮਸਲਾ ਹੈ ਕੀ, ਹੋਇਆ ਕੀ ਸੀ? ਦੇਖੋ, ਮਾਰਕਮ ਜਿਹੜੀ ਜਿੱਦਾਂ ਸਾਡੇ ਰਿਚਮੰਡ ਆ ਨਾ, ਵੈਨਕੂਵਰ ਦਾ ਹਿੱਸਾ ਆ। ਰਿਚਮੰਡ ਦੀ ਦੂਜੀ ਖਾਸੀਅਤ ਹੈ ਕਿ ਚਾਈਨੀਜ਼ ਜ਼ਿਆਦਾ ਹੈ। ਹਾਂਜੀ, ਮਾਰਕਮ ਦੇ ਵਿੱਚ ਚਾਈਨੀਜ਼ ਬਹੁਤ ਹੈ। ਇਹ 2 ਕਮਿਊਨਿਟੀਜ਼ ਹੈ ਕੈਨੇਡਾ ਦੇ ਵਿੱਚ ਜਿੱਥੇ ਚਾਈਨੀਜ਼ ਤਕਰੀਬਨ 80% ਤਾਈਂ ਹੈ। ਇੱਕ ਮਾਰਕਮ ਓਨਟਾਰੀਓ ਤੇ ਦੂਸਰਾ ਰਿਚਮੰਡ BC। ਹੁਣ ਇੱਕ ਗੱਲ ਕਰਦੇ ਆ ਕਿ ਜਿਹੜੀਆਂ ਇੱਕ ਤਾਂ ਲੋਕਾਂ ਨੂੰ ਬਾਹਰ ਖਾਣ ਦੀ ਆਦਤ ਪਈ ਹੈ। ਹਾਂਜੀ, ਘਰ ਬਣਾਉਣਾ ਬੰਦ ਕੀਤਾ ਹੈ। ਕਿਸੇ ਆਰਕੀਟੈਕਚਰ ਨਾਲ ਗੱਲ ਕਰਕੇ ਦੇਖ ਲਓ, ਕਈ ਵਾਰੀ ਕਹਿੰਦੇ ਆ ਕਿ ਫਿਊਚਰ ਦੇ ਵਿੱਚ ਹੋ ਸਕਦਾ ਕਿਚਨ ਘਰ 'ਚ ਨਾ ਹੀ ਹੋਵੇ। ਇੱਥੋਂ ਇਸ ਹੱਦ ਤਾਈਂ ਚੱਲ ਗਏ ਲੋਕੀ ਕਿ ਬਾਹਰੋਂ ਹੀ ਮੰਗਵਾਉਂਦੇ ਆ, ਬਾਹਰੋਂ ਹੀ ਜਾ ਕੇ ਖਾਂਦੇ ਆ। ਹਾਂਜੀ, ਘਰੋਂ ਬਣਾਉਣੋਂ ਹਟ ਗਏ। ਜੀ ਡਾਕਟਰ ਸਾਹਿਬ, ਟਿਫਨ ਸਰਵਿਸ ਵਗੈਰਾ ਅੱਜ ਕੱਲ੍ਹ ਲੋਕੀ ਆਮ ਹੀ ਲਗਵਾ ਲੈਂਦੇ, ਉਹ ਕਹਿੰਦੇ ਕਿ ਉਹਨਾਂ ਦਾ ਸਮਾਂ ਬਚ ਜਾਂਦਾ ਇਹਦੇ ਨਾਲ। ਟਿਫਨ ਸਰਵਿਸ ਦੇ ਨਾਲ ਜਿਹੜੀਆਂ ਬਿਮਾਰੀਆਂ ਆਉਣੀਆਂ ਨਾ, ਤੇ ਉਹ ਤੁਸੀਂ ਦੇਖ ਲਓ ਕਿੰਨੀਆਂ ਲੱਗਣੀਆਂ। ਹਾਂਜੀ, ਬਿਮਾਰੀਆਂ ਲੈਣੀਆਂ, ਗੋਲੀਆਂ ਖਾ ਲੈਣਗੇ ਪਰ ਹੱਥ ਨਹੀਂ ਹਿਲਾਉਣਾ। ਹਾਂਜੀ, ਘਰ ਦੇ ਵਿੱਚ ਆਪ ਖਾਣਾ ਬਣਾਓਗੇ ਤਾਂ ਹੱਥ ਹਿਲਾਓਗੇ। ਅੱਛਾ, ਦੂਸਰੀ ਗੱਲ ਵੱਡੀ ਹੈ ਕਿ ਜੜੀਆਂ ਬੂਟੀਆਂ ਉਹ ਕੋਈ ਪਾਉਂਦੇ ਸੀ ਰੈਸਟੋਰੈਂਟ ਵਾਲੇ ਮਾਰਕਮ ਦੇ ਵਿੱਚ, ਜਿਹੜੀ ਅੱਜ ਤਾਈਂ ਅਜੇ ਉਹਨਾਂ ਨੇ ਡਿਟਰਮਨ ਨਹੀਂ ਕੀਤਾ, ਫੈਸਲਾ ਨਹੀਂ ਕੀਤਾ ਵੀ ਇਹ ਐਕਚੁਅਲੀ ਉਹਦਾ ਕਰਕੇ ਹੀ ਹੋਇਆ। ਜਿਹੜਾ ਫੂਡ ਉਹ ਕੋਈ ਜੜੀ ਬੂਟੀ ਪਾਉਂਦੇ ਸੀ ਉਹਦੇ ਨਾਲ ਹੀ ਬਿਮਾਰ ਹੋਇਆ ਜਾਂ ਵੈਸੇ ਹੀ ਬਿਮਾਰ ਹੋ ਗਏ। ਅਜੇ ਤਾਈਂ ਉਹਨਾਂ ਨੇ ਕੋਈ ਦੱਸਿਆ ਨਹੀਂ ਵੀ ਕਿ ਕੀ ਕਾਰਨ ਸੀ। ਪਰ ਇਦਾਂ ਉਹਨਾਂ ਨੂੰ ਲੱਗਦਾ, ਇਦਾਂ ਪ੍ਰਤੀਤ ਹੁੰਦਾ ਕਿ ਸ਼ਾਇਦ ਉਹ ਜੜੀ ਬੂਟੀ ਕਾਰਨ ਹੀ ਇਹ ਜਿਹੜੇ ਕੇਸਿਸ ਉੱਥੇ ਆਏ ਹੈਗੇ ਆ। ਹੁਣ ਇੱਕ ਕਲਚਰ ਬਣ ਚੁੱਕਾ ਵੈਸੇ, ਜਿੱਦਾਂ ਬਾਹਰ ਖਾਣੇ ਦੀ ਗੱਲ ਕਰਦੇ ਆ, ਇੱਕ ਲੋਕਾਂ ਦੇ ਮਨ ਦੇ ਵਿੱਚ ਆ ਗਈ ਕਿ ਜੜੀਆਂ ਬੂਟੀਆਂ ਜਿਹੜੀਆਂ, ਹੁਣ ਪਹਿਲਾਂ ਤਾਂ ਲੋਕੀ ਫਾਰਮੇਸੀ ਤੇ ਬਹੁਤ ਡਿਪੈਂਡ ਕਰਦੇ ਸੀ। ਹੁਣ ਫਾਰਮੇਸੀ ਦੀਆਂ ਕੋਈ ਖਬਰ ਮਾੜੀ ਤੋਂ ਮਾੜੀ ਆਉਂਦੀ ਹੈ ਇਹਨਾਂ ਦੀ ਕਿ ਇਹ ਦਵਾਈਆਂ ਆਹ ਕਰਦੀਆਂ ਤੁਹਾਨੂੰ, ਇਹ ਦਵਾਈਆਂ ਆਹ ਕਰਦੀਆਂ। ਤਾਂ ਲੋਕੀ ਹੁਣ ਸੋਲੂਸ਼ਨ ਆਉਂਦੇ ਹੈ ਕਿ ਜੋ ਸਾਡੇ ਬਜ਼ੁਰਗ ਕਰਦੇ ਹੁੰਦੇ ਸੀ ਪਹਿਲਾਂ, ਜੜੀਆਂ ਬੂਟੀਆਂ ਖਾਂਦੇ ਸੀ ਤੇ ਉਹ ਠੀਕ ਰਹਿੰਦੇ ਸੀ। ਹਾਂਜੀ, ਅੱਛਾ, ਹੁਣ ਜੜੀ ਬੂਟੀ ਦੇ ਨਾਂ ਤੇ ਤੁਸੀਂ ਜੋ ਮਰਜ਼ੀ ਕਰ ਲਓ। ਜੀ, ਸਾਡੇ ਇੱਕ ਮਾਈਕਰੋਬਾਇਓਲੋਜੀ ਦਾ ਪ੍ਰੋਫੈਸਰ ਆ, ਉਹ ਕਹਿੰਦਾ ਵੀ ਜੜੀ ਬੂਟੀ ਤਾਂ ਲੋਕਾਂ ਨੂੰ ਇੰਨਾ ਵਿਸ਼ਵਾਸ ਹੈ ਨਾ, ਜੇ ਤੁਸੀਂ ਇੱਥੇ ਕਲੋਵਰਡੇਲ 'ਚ ਜਾ ਕੇ ਬੋਰੀ ਮਿੱਟੀ ਦੀ ਭਰ ਕੇ ਲਿਆ ਕੇ ਘਰ ਰੱਖ ਲਓ ਤਾਂ ਉਹਨੂੰ ਤੱਤੀ ਕਰ ਲਓ, ਗਰਮ ਕਰ ਲਓ ਆਪਣੇ ਅਵਨ ਦੇ ਵਿੱਚ, ਤਾਂ ਕਿ ਬੈਕਟੀਰੀਆ ਮਰ ਜਾਵੇ। ਕਿਉਂਕਿ ਵੈਸੇ ਬੈਕਟੀਰੀਆ ਵਾਲੀ ਦੇ ਨਾਲ ਕੋਈ ਨੁਕਸਾਨ ਵੀ ਹੋ ਸਕਦਾ। ਹਾਂਜੀ, ਕਹਿੰਦਾ ਉਹਨੂੰ ਗਰਮ ਕਰਕੇ ਅਵਨ ਦੇ ਵਿੱਚ ਨਾ, ਤੇ ਫਿਰ ਉਹਨੂੰ ਛਾਣਨਾ ਲਾ ਲਓ, ਤੇ ਉਦੋਂ ਬਾਅਦ ਉਹਦੀਆਂ ਪੁੜੀਆਂ ਬਣਾ ਕੇ ਦੇਈ ਚੱਲੋ। ਹਾਂਜੀ, ਤੇ ਇੱਕ ਪੁੜੀ ਦੇ ਭਾਵੇਂ $2 ਲਓ, $5 ਲਓ, ਦੇ ਜਾਣੇ ਲੋਕਾਂ ਨੇ। ਡਾਕਟਰ ਸਾਹਿਬ, ਜੇ ਕਿਤੇ ਇਹ ਕਹਿ ਦੋ ਕਿ ਇਹਦੇ ਨਾਲ ਭਾਰ ਘਟਦਾ, ਸਾਰੀਆਂ ਹੀ ਵਿਕ ਜਾਣਗੀਆਂ। ਉਹਨਾਂ ਨੂੰ ਨਾ ਇਹ ਕਵੇ ਵੀ ਭਾਰ ਵੀ ਘਟਦਾ ਤੇ ਸਾਰੀਆਂ ਬਿਮਾਰੀਆਂ ਦੀ ਜੜ ਆ ਇਹ। ਹਾਂਜੀ, ਉਠਾ ਹੀ ਦਿੰਦੀ ਇਹ ਤੁਸੀਂ ਬੂਟੀ ਮੂੰਹ 'ਚ ਪਾਉਣੀ ਆ ਤਾਂ ਬਿਮਾਰੀ ਨੱਠੀ ਜਾਣੀ ਆ। ਜਿਹਦਾ ਭੂਤ ਨੱਠਦੇ ਆ ਨਾ, ਬਾਬੇ ਨਹੀਂ ਕਹਿੰਦੇ ਕਿ ਫਲਾਨਾ ਬਾਬਾ ਆ ਜਾਵੇ ਤਾਂ ਭੂਤ ਨੱਠ ਜਾਂਦਾ। ਹਾਂਜੀ, ਤੇ ਇਹ ਜਿਹੜੀ ਤੁਸੀਂ ਮੂੰਹ ਦੇ ਵਿੱਚ ਪਾਉਣੀ ਆ ਆਹ ਦਵਾਈ ਸਾਡੀ, ਉਦਣ ਹੀ ਤੁਹਾਡੀ ਬਿਮਾਰੀ ਦੂਰ ਹੋ ਜਾਣੀ। ਹਾਂਜੀ, ਤੇ ਹੋਰ 2 ਮਹੀਨਿਆਂ ਨੂੰ ਤੁਹਾਡਾ ਭਾਰ ਘਟ ਜਾਣਾ। ਜੀ, ਅੱਛਾ, ਤੁਸੀਂ ਦੇਖਿਓ ਉਹ ਮਿੱਟੀ ਦੀਆਂ ਪੁੜੀਆਂ ਹੀ ਖਾ ਲੈਣਗੇ ਲੋਕੀ। ਹਾਂਜੀ, ਜੜੀਆਂ ਬੂਟੀਆਂ ਦਾ ਅੱਜ ਕੱਲ ਇੰਨਾ ਅਸਰ ਆ। ਜੀ, ਇਹ ਪਤਾ ਹੀ ਨਹੀਂ ਵੀ ਇਹਨਾਂ ਦੇ ਵਿੱਚ ਹੈ ਕੀ। ਹਾਂਜੀ, ਉਹਨਾਂ ਦੇ ਵਿੱਚ ਕਿਹੜੀ ਕੈਮੀਕਲ ਆ, ਕਿੱਦਾਂ ਰਿਐਕਟ ਕਰਦੀ ਆ, ਤੁਸੀਂ ਖਾਓਗੇ ਕਿਉਂ ਖਾਓਗੇ। ਜੀ, ਕਿਉਂਕਿ ਅੱਜ ਕੱਲ ਜਿਹੜੀ ਇੱਕ ਜਨਰੇਸ਼ਨ ਪੈਦਾ ਹੋ ਗਈ ਸਾਡੇ, ਜਿਹੜੀ ਜਾਦੂ ਦੀ ਛੜੀ ਲੱਭਦੀ ਫਿਰਦੀ ਹੈ। ਹਰ ਚੀਜ਼ ਲਈ ਜਾਦੂ ਦੀ ਛੜੀ ਹੋਵੇ, ਜਿਹਦੇ ਲਈ ਕੰਮ ਨਾ ਕਰਨਾ ਪਵੇ, ਸਾਨੂੰ ਆਪਣੇ ਖਾਣੇ ਤੋਂ
ਜੇ ਤੁਸੀਂ ਕਿਚਨ ਦੇ ਵਿੱਚ ਜਾਂਦੇ ਆ ਘੰਟਾ 2 ਘੰਟੇ ਲੱਗਦੇ ਆ ਤੁਹਾਡੇ, 4 ਘੰਟੇ ਲੱਗਦੇ ਜਾਂ 2 ਘੰਟੇ ਲੱਗਦੇ ਆ, ਪਰ ਫਿਰ ਵੀ ਉਹ ਚਾਹੁੰਦੇ ਕਿ ਬੈਠੇ ਬਿਠਾਇਆਂ ਤੇ ਸਾਨੂੰ ਉਹ ਚੀਜ਼ ਮਿਲ ਜਵੇ ਖਾਣ ਨੂੰ ਜਿਹਦੇ ਨਾਲ ਕੋਈ ਬਿਮਾਰੀ ਨਾ ਲੱਗੇ ਤਾਂ ਭੁੱਖ ਵੀ ਦੂਰ ਹੋ ਜਾਵੇ। ਹਾਂਜੀ। ਤੇ ਇੱਕ ਟ੍ਰੈਂਡ ਬਣ ਚੁੱਕਾ ਹੈ ਕਿ ਜੇ ਤੁਸੀਂ ਅੱਜ ਕੱਲ੍ਹ ਨਾਂ ਲੈ ਕੇ ਦੇਖੋ ਵੀ ਜੜੀ ਬੂਟੀ ਹੈ ਕਿਸੇ ਨੂੰ, ਹਾਂਜੀ, ਲੋਕਾਂ ਨੂੰ ਕਹਦੇ ਹੋ ਕਿ ਇਸ ਖਾਣੇ ਦੇ ਵਿੱਚ ਅਸੀਂ ਫਲਾਨੀ ਜੜੀ ਬੂਟੀ ਪਾਉਂਦੇ ਆ ਤੇ ਇਹ ਉਹਦਾ ਨਾਂ ਲਾਓ ਔਖਾ ਜਿਹਾ, ਹਾਂਜੀ, ਲੈਟਿਨ ਭਾਸ਼ਾ ਚੋਂ ਕੋਈ ਮੈਂਡਰਨ ਦੇ ਵਿੱਚੋਂ ਸੰਸਕ੍ਰਿਤ ਚੋਂ ਕੱਢ ਕੇ ਜਿਹੜਾ ਉਹਨਾਂ ਨੂੰ ਸਮਝ ਨਾ ਆਵੇ। ਹਾਂਜੀ, ਇਹ ਵੀ ਗੱਲ ਹੈ ਨਾ। ਹਾਂਜੀ, ਜਿਹਦਾ ਇੱਕ ਰੇਡੀਓ ਜਾਂ ਟੀਵੀ ਸ਼ੋਅ ਤੇ ਕਹਿੰਦੇ ਆ, ਉਹ 2 ਜਾਣੇ ਭਰਾ ਡਿਸਕਸ ਕਰਦੇ ਆ ਕਿ ਆਪਾਂ ਰੈਸਟੋਰੈਂਟ ਖੋਲ ਲਈਏ, ਤੇ ਉਹ ਕਹਿੰਦੇ ਵੀ ਨਾਂ ਕੀ ਰੱਖਣਾ? ਕਹਿੰਦਾ ਨਾਂ ਰੱਖਣਾ ਆ ਜਿਹੜਾ ਲੋਕਾਂ ਨੂੰ ਸਮਝ ਨਾ ਆਵੇ। ਕਿ ਉਹਨੂੰ ਫ੍ਰੈਂਚ ਆਉਂਦੀ ਸੀ, ਉਹਨੇ ਫ੍ਰੈਂਚ ਨਾਂ ਦੱਸਿਆ। ਹਾਂਜੀ, ਕਹਿੰਦਾ ਆਹ ਠੀਕ ਆ, ਕਹਿੰਦਾ ਇਹ ਬਿਲਕੁਲ ਇਹਦਾ ਮੈਨੂੰ ਵੀ ਨਹੀਂ ਸਮਝ ਨਹੀਂ ਆ, ਹਾਂਜੀ, ਇਹ ਵਧੀਆ ਹੈ। ਮਤਲਬ ਜਿਹੜੀ ਚੀਜ਼ ਨਾ ਸਮਝ ਆਵੇ ਨਾ ਉਹਦੇ ਤੇ ਜ਼ਿਆਦਾ ਅਟਰੈਕਸ਼ਨ ਲੋਕਾਂ ਦੀ, ਉੱਥੇ ਲੋਕੀ ਜ਼ਿਆਦਾ ਜਾਂਦੇ ਜਾਂਦੇ ਨਾ। ਹਾਂਜੀ, ਜੇ ਲੋਕਾਂ ਨੂੰ ਕਨਫਿਊਜ਼ ਕਰਦੇ ਆ ਜੀ। ਸਾਨੂੰ ਅੱਜ ਕੱਲ੍ਹ ਲੋਕੀ ਜਦੋਂ ਪਬਲਿਸ਼ਰ ਕੋਲ ਕੋਈ ਪ੍ਰਿੰਟ ਕਰਨ ਨੂੰ ਭੇਜਦੇ ਆ, ਉਹ ਕਹਿੰਦੇ ਕਿ ਅੱਜ ਕੱਲ੍ਹ ਟ੍ਰੈਂਡ ਵੈਸੇ ਹਟ ਗਿਆ। ਉਹ ਅੱਜ ਕੱਲ੍ਹ ਟ੍ਰੈਂਡ ਇਹ ਆ ਪੜ੍ਹਨ ਦਾ ਕਿ ਇਹ ਸਮਝ ਆਉਣੀ ਚਾਹੀਦੀ ਗੱਲ। ਹਾਂਜੀ, ਕਿਸੇ ਦੇ ਕੋਲ ਬਹੁਤਾ ਟਾਈਮ ਹੈ ਨਹੀਂ ਹੈ, ਪਹਿਲੇ ਪੈਰੇ ਦੇ ਵਿੱਚ ਹੀ ਸਭ ਕੁਝ ਦੱਸ ਦਿਓ ਜੀ। ਇਹ ਤਾਂ ਨਵਾਂ ਟ੍ਰੈਂਡ ਹੈ। ਦੂਸਰੇ ਪਾਸੇ ਟ੍ਰੈਂਡ ਇਹ ਆ ਵੀ ਜਿਹੜੀ ਗੱਲ ਸਾਨੂੰ ਨਾ ਸਮਝ ਆਵੇ ਨਾ, ਉਹ ਅਸੀਂ ਆਪਣੇ ਅੰਦਰ ਪਾਉਣ ਲਈ ਤਿਆਰ ਹਾਂ। ਹਾਂਜੀ, ਕਿਉਂਕਿ ਇਹ ਸਭ ਤੋਂ ਵੱਡੀ ਗੱਲ ਆ, ਤੁਸੀਂ ਖਾਣੇ ਕੀ ਆ? ਜੀ। ਤੁਸੀਂ ਉਹੀ ਆ ਜੋ ਕੁਝ ਖਾਣੇ ਆ, ਜੋ ਕੁਝ ਅੰਦਰ ਪਾਓਗੇ ਉਹੀ ਕੁਝ ਕਰੋਗੇ। ਹਾਂਜੀ। ਜੇ ਅੰਦਰ ਹੀ ਤੁਸੀਂ ਜ਼ਹਿਰ ਪਾ ਰਹੇ ਆ, ਤੁਸੀਂ ਜਾਂਦੇ ਲੱਗਣ। ਹਾਂਜੀ। ਜੇ ਚੰਗੀ ਚੀਜ਼ ਖਾਓਗੇ ਤਾਂ ਚੰਗੀ ਸਿਹਤ ਹੋਗੀ। ਜੀ ਬਿਲਕੁਲ। ਤੇ ਇਹ ਟ੍ਰੈਂਡ ਜਿਹੜਾ ਮਾਰਕਹਮ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਹੋਇਆ, 2 ਟ੍ਰੈਂਡ ਤੁਸੀਂ ਨੋਟਿਸ ਕਰਦੇ। ਇੱਕ ਤਾਂ ਬਾਹਰ ਖਾਣੇ ਵਾਲਾ, ਦੂਸਰਾ ਅਸੀਂ ਆਪ ਵੀ ਲੱਭਦੇ ਆ ਉਹੀ ਡਿਸ਼ ਆਰਡਰ ਕਰਦੇ ਆ ਜਿੱਥੇ ਇੱਕ ਨਾ ਇਦਾਂ ਦਾ ਹੋਵੇ ਜਿਹੜਾ ਸਮਝ ਨਾ ਆਵੇ ਵੀ ਇਦਾਂ ਦੀ ਜਿਹੜੀ ਜੜੀ ਬੂਟੀ ਆ ਇਹਨਾਂ ਦੇ ਕੋਲ, ਉਹ ਪਤਾ ਨਹੀਂ ਕਿੰਨੀ ਚੰਗੀ ਹੋਣੀ ਮੇਰੇ ਲਈ। ਵੈਸੇ ਡਾਕਟਰ ਸਾਹਿਬ, ਜਿਹੜੀ ਜੜੀ ਬੂਟੀ ਦਾ ਸ਼ੱਕ ਕੀਤਾ ਜਾਂਦਾ ਕਿ ਸ਼ਾਇਦ ਫੂਡ ਦੇ ਵਿੱਚ ਉਹੀ ਹੋਗੀ, ਉਹ ਕਾਫੀ ਜ਼ਿਆਦਾ ਜ਼ਹਿਰੀਲੀ ਹੁੰਦੀ ਆ। ਇਹ ਜਿਹੜੀ ਖਾਣ ਵਾਲੇ ਆ ਉਹਨਾਂ ਨੂੰ ਤਾਂ ਨਹੀਂ ਪਤਾ ਹੁੰਦਾ। ਹਾਂਜੀ। ਇਹ ਤਾਂ ਜੇ ਕੋਈ ਸਟੱਡੀ ਕਰੇ ਤਾਂ ਉਹਨੂੰ ਪਤਾ ਹੁੰਦਾ ਜੀ। ਉਹਨਾਂ ਨੇ ਤਾਂ ਦੇਖਿਆ ਹੋਣਾ ਵੀ ਇਹਦਾ ਨਾਂ ਬੜਾ ਵਧੀਆ ਲੱਗਦਾ ਆ। ਹਾਂਜੀ। ਤੇ ਉਹੀ ਲਿਆਓ ਜੀ। ਹਾਂਜੀ। ਜਿਹਦਾ ਨਾਂ ਚੰਗਾ ਲੱਗਦਾ ਉਹਨੂੰ ਉਹੀ ਲਿਆਓ ਸਾਨੂੰ। ਹਾਂਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਹੀ ਕਿਹਾ ਕਿ ਅੱਜ ਕੱਲ ਟ੍ਰੈਂਡ ਇਹੀ ਆ। ਇੱਕ ਤਾਂ ਲੋਕਾਂ ਦਾ ਜਿਹੜਾ ਝੁਕਾਅ ਹੈਗਾ ਜੜੀ ਬੂਟੀਆਂ ਵੱਲ ਕੁਝ ਜ਼ਿਆਦਾ ਹੋਇਆ, ਤੇ ਜਿਸ ਦਾ ਨਾਂ ਜਿੰਨਾ ਜ਼ਿਆਦਾ ਮੁਸ਼ਕਿਲ ਜਿਹਾ ਹੁੰਦਾ, ਉਹਨਾਂ ਨੂੰ ਲੱਗਦਾ ਕਿ ਉਹ ਉਨੀ ਹੀ ਜ਼ਿਆਦਾ ਵਧੀਆ ਹੋਊਗੀ। ਹੰਟਰ ਬਾਈਡਨ ਦੀ ਜਾਂਚ ਕਰ ਰਹੇ ਇੱਕ ਜਿਹੜਾ FBI ਆਫੀਸਰ ਹੈਗਾ, ਉਹਨੇ ਨਾ ਅਚਾਨਕ ਮਿਸਟੀਰੀਅਸ ਸਰਕਮਸਟੈਂਸਿਸ ਦੇ ਵਿੱਚ ਅਸਤੀਫਾ ਦੇ ਦਿੱਤਾ। ਨਾਲੇ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਉਹਨੂੰ ਮਜਬੂਰ ਕੀਤਾ ਗਿਆ ਅਸਤੀਫਾ ਦੇਣ ਦੇ ਲਈ। ਕੀ ਕਹਿਣਾ ਚਾਹੋਗੇ? ਪੂਰੀ ਖਬਰ ਬਾਰੇ ਪਹਿਲਾਂ ਵਿਸਤਾਰ ਦੇ ਵਿੱਚ ਦੱਸੋ। ਹੰਟਰ ਬਾਈਡਨ ਦਾ ਇੱਕੋ ਹੀ ਪੁੱਤ ਇਸ ਵੇਲੇ ਲਾਈਵ ਆ, ਇੱਕ ਦੀ ਤਾਂ ਮੌਤ ਹੋ ਗਈ ਸੀ। ਇਹ ਮੁੰਡਾ ਪਹਿਲਾਂ ਪਹਿਲਾਂ ਡਰੱਗ ਖਾਂਦਾ ਹੁੰਦਾ ਸੀ ਬਹੁਤ, ਫਿਰ ਉਦੋਂ ਬਾਅਦ ਕਹਿੰਦੇ ਆ ਵੀ ਸੁਧਰ ਗਿਆ। ਇਹ ਬਾਈਡਨ ਦਾ ਹੀ ਕਹਿਣਾ ਵੀ ਉਹ ਹੁਣ ਨਹੀਂ ਖਾਂਦਾ। ਜੋ ਬਾਈਡਨ ਨੂੰ ਇਦਾਂ ਲੱਗਦਾ, ਜੋ ਬਾਈਡਨ ਨੂੰ ਲੱਗਦਾ ਵੀ ਹੁਣ ਨਹੀਂ ਖਾਂਦਾ ਹੈ। ਹਾਂਜੀ। ਤੇ ਦੂਸਰੀ ਗੱਲ ਹੈਗੀ ਹੈ ਕਿ ਉਹ ਆਪ ਖੁਦ ਮੰਨਦਾ, ਉਹਨੂੰ ਇੰਟਰਵਿਊ ਕਿਸੇ ਨੇ ਕੀਤਾ ਸੀ ਕਿ ਬਹੁਤ ਪੈਸੇ ਬਣਾਏ ਆ, ਖਾਸ ਤੌਰ ਤੇ ਜਿਹੜਾ ਬੱਚਾ ਡਰੱਗ ਖਾਂਦਾ ਹੋਵੇ, ਨਿਕੰਮਾ ਨਖੱਟੂ ਜਿਹੜਾ ਬੱਚਾ ਘਰ ਦਾ, ਉਹਨੇ ਪੈਸੇ ਬੜੇ ਬਣਾਏ। ਹਾਂਜੀ। ਫੋਰਨ ਕੰਸਲਟੈਂਸੀ ਕਰਦਾ ਉਹ, ਯੂਕਰੇਨ ਦੇ ਵਿੱਚ ਗਿਆ, ਚਾਈਨਾ ਦੇ ਵਿੱਚ ਗਿਆ, ਉਹਨਾਂ ਦੀਆਂ ਸਰਕਾਰਾਂ ਨਾਲ ਡੀਲ ਕੀਤਾ, ਕਾਰਪੋਰੇਸ਼ਨ ਦੇ ਨਾਲ ਡੀਲ ਕੀਤਾ, ਉਹਨੇ ਪੈਸੇ ਬੜੇ ਬਣਾਏ। ਤਾਂ ਉਹ ਕਹਿੰਦਾ ਕਿ ਪਿਓ ਦਾ ਮੇਰੇ ਦਾ ਲਿੰਕ ਆ, ਉਹਨੂੰ ਮੈਂ ਯੂਜ਼ ਕੀਤਾ। ਹੁਣ ਉਹ ਲਿੰਕ ਕਿਹੜੇ ਸੀ, ਕਿੱਦਾਂ ਯੂਜ਼ ਕੀਤੇ ਆ, ਕਿੱਦਾਂ, ਉਹ ਤੇ ਮਨੀ ਲਾਂਡਰਿੰਗ ਦੀ ਵੀ ਗੱਲ ਆਉਂਦੀ ਹੈ, ਉਹ ਤੇ ਟੈਕਸ ਇਵੇਜਨ ਦੀ ਵੀ ਗੱਲ ਆਉਂਦੀ ਹੈ ਵੀ ਇਹਨੇ ਕਿਹੜੇ ਕੰਮ ਕੀਤੇ ਆ। ਤੇ ਹੁਣ FBI ਜਿਹੜੀ ਹੈ ਇਨਵੈਸਟੀਗੇਸ਼ਨ ਕਰ ਰਹੀ ਸੀ। ਅਸੀਂ ਹਿੰਦੁਸਤਾਨ ਬਾਰੇ ਤਾਂ ਖਬਰ ਸੁਣ ਲੈਂਦੇ ਆ ਵੀ ਉੱਥੇ ਸਾਡੀ CBI ਇਨਵੈਸਟੀਗੇਸ਼ਨ ਕਰਦੀ ਆ, ਉੱਥੇ ਆਹ ਹੁੰਦਾ ਆ, ਉਹ ਫਲਾਨਾ ਜੀ ਪ੍ਰਕਾਸ਼ ਸਿੰਘ ਬਾਦਲ ਦਾ ਮੁੰਡਾ ਆ। ਇੱਥੇ ਵੀ ਉਹੀ ਕੁਛ ਹੁੰਦਾ ਹੈ। ਹਾਂਜੀ। ਹੁਣ ਬਾਈਡਨ ਦੇ ਲੜਕੇ ਦੀ ਆਹ ਹੀ ਕੁਛ ਆ।
ਕਿਉਂਕਿ ਪ੍ਰੈਜ਼ੀਡੈਂਟ ਆ ਉਹਦਾ ਪਿਓ, ਤੇ ਜਿਹੜਾ FBI ਦਾ ਏਜੰਟ ਹੈ ਜਿਹਨੇ ਆ ਰਿਜ਼ਾਈਨ ਕੀਤਾ, ਅੱਜ ਅਸਤੀਫਾ ਦਿੱਤਾ, ਇਸ ਬੰਦੇ ਦੇ ਦੋਸ਼ ਲੱਗਦਾ ਸੀ ਕਿ ਇਹਨੇ ਉਸ ਮੁੰਡੇ ਨੂੰ ਬਚਾਉਣ ਲਈ ਕਈ ਕੁਛ ਕੀਤਾ, ਔਰ ਐਕਚੁਅਲੀ ਉਹਨੂੰ ਦੱਸਿਆ ਵੀ ਇਦਾਂ ਬਚਿਆ ਜਾ ਸਕਦਾ, ਆਹ ਗੱਲਾਂ ਜਿਹੜੀਆਂ ਤੂੰ ਆਪਣਾ ਕੰਪਿਊਟਰ ਦੇਣ ਲੱਗਾ ਨਾ ਕਾਂਗਰਸ ਨੂੰ, ਇਹ ਤੋਂ ਕੱਢ ਦੇ। ਹਾਂਜੀ। ਸੋ ਉਹ ਤੇ ਇਨਵੈਸਟੀਗੇਸ਼ਨ ਕਰਨ ਲਈ ਰਿਪਬਲਿਕਨ ਪਾਰਟੀ ਵਾਲੇ ਕਹਿ ਰਹੇ ਸੀ ਕਿ ਇਸ FBI ਏਜੰਟ ਨੂੰ ਇਨਵੈਸਟੀਗੇਟ ਕੀਤਾ ਜਾਵੇ, ਤਾਂ ਉਹਨੇ ਉਸ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ। ਹਾਂਜੀ। ਹੁਣ ਉਹਦੇ ਅਸਤੀਫੇ ਤੋਂ ਬਾਅਦ ਵੀ ਇਹਦੀ ਇਨਵੈਸਟੀਗੇਸ਼ਨ ਹੋਊਗੀ ਜਾਂ ਨਾ ਹੋਊਗੀ ਇਹ ਕੋਈ ਪਤਾ ਨਹੀਂ, ਪਰ ਕਮ ਸੇ ਕਮ ਇਹ ਮਰਕੀ ਡੀਲ ਜਿਹੜੀਆਂ ਆ, ਕਿਚੜ ਜਿਹੜਾ ਚੱਲ ਰਿਹਾ ਉਹ US ਦੀ ਸਿਆਸਤ ਦੇ ਵਿੱਚ ਵੀ ਚੱਲਦਾ ਜੀ। ਅੱਗੇ ਅਸੀਂ ਗੱਲ ਕੀਤੀ ਸੀ ਕਿ ਪਲੋਸੀ ਦੇਖੋ ਆਪਣੇ ਉਹਦੇ ਹਸਬੈਂਡ ਨੇ ਸ਼ਰਾਬ ਪੀਂਦੇ ਨੇ ਗੱਡੀ ਚਲਾਈ, ਉਹਦੇ ਹਸਬੈਂਡ ਨੇ ਇਲੀਗਲ ਸਟਾਕ ਮਾਰਕੀਟ ਦੇ ਵਿੱਚੋਂ ਸਟਾਕ ਖਰੀਦੇ, ਉਹਦੀ ਗੱਲਬਾਤ ਨੂੰ ਲੁਕਾਉਣ ਲਈ ਤਾਇਵਾਨ ਲੜਾਈ ਲਾਉਣ ਲਈ ਜਾ ਰਹੀ ਹੈ ਉਹ। ਹਾਂਜੀ। ਲੜਾਈ ਜਦੋਂ ਲੱਗਦੀ ਹੈ ਕਈ ਵਾਰੀ ਤੁਸੀਂ ਸੋਚਦੇ ਆ ਵੀ ਪਤਾ ਨਹੀਂ ਕੀ ਗੱਲ ਹੋਈ ਹੈ, ਕੋਈ ਮਾੜੀਆਂ ਮੋਟੀਆਂ ਗੱਲਾਂ ਲੁਕਾਉਣ ਲਈ ਇਹ ਕੰਮ ਕਰਦੇ ਆ। ਹਾਂਜੀ। ਤੇ ਹੁਣ ਜੋ ਬਾਈਡਨ ਦੇ ਆ ਤੇ ਇਹਦੇ ਪਿੱਛੇ ਕੀ ਹੋਣਾ ਆ ਕੀ ਨਹੀਂ, ਜੇ ਉਹਨੂੰ ਇਨਵੈਸਟੀਗੇਸ਼ਨ ਕੀਤੀ ਜਾਊਗੀ ਤਾਂ ਫੇਰ ਹੀ ਸਾਨੂੰ ਪਤਾ ਲੱਗਣਾ। ਹਾਂਜੀ। ਤੇ ਇਹਦੇ ਲਈ ਰੈਜ਼ੋਲੂਸ਼ਨ ਕਾਂਗਰਸ ਦੇ ਵਿੱਚ ਆਉਣਾ ਜ਼ਰੂਰੀ ਆ, ਕਿਉਂਕਿ ਹੁਣ 8 ਨਵੰਬਰ ਦੀਆਂ ਜਿਹੜੀਆਂ ਇਲੈਕਸ਼ਨ ਹੋਣੀਆਂ ਉਹ ਤੋਂ ਪਤਾ ਲੱਗੂਗਾ ਕਿ ਕਿਹੜੀ ਪਾਰਟੀ ਉੱਥੇ ਕਾਂਗਰਸ ਕੰਟਰੋਲ ਕਰਦੀ ਆ, ਕੀ ਦੂਸਰੀ ਪਾਰਟੀ ਵਾਲੇ ਇਨਵੈਸਟੀਗੇਸ਼ਨ ਉੱਤੇ ਨਵੀਂ ਚਾਲੂ ਕਰ ਸਕਦੇ ਜਾਂ ਨਹੀਂ ਕਰ ਸਕਦੇ। ਹਾਂਜੀ। ਆਉਣ ਵਾਲੇ ਦਿਨਾਂ ਦੇ ਵਿੱਚ ਡਾਕਟਰ ਸਾਹਿਬ ਸਾਰਾ ਕੁਝ ਪਤਾ ਲੱਗ ਜਾਣਾ, ਸਾਹਮਣੇ ਆਈ ਜਾਣਾ। ਡਾਕਟਰ ਸਾਹਿਬ, ਪੋਲਿਸ਼ ਪ੍ਰਧਾਨ ਮੰਤਰੀ ਨੇ ਹੁਣ ਕਿਹਾ ਕਿ ਜਿਹੜਾ ਯੂਕਰੇਨ ਦਾ ਸੰਘਰਸ਼ ਹੈਗਾ ਇਹ ਹੁਣ ਬੰਦ ਹੋਣਾ ਚਾਹੀਦਾ। ਉਹਨਾਂ ਨੇ EU ਨੂੰ ਵੀ ਇੱਕ ਚੇਤਾਵਨੀ ਦਿੱਤੀ ਆ। ਉਹ ਕਹਿੰਦੇ ਆ ਕਿ ਜਿਹੜੇ ਕੀਵ ਦੇ ਕੱਟੜ ਸਮਰਥਕ ਨੇ ਉਹ ਰਸ਼ੀਆ ਦੇ ਨਾਲ ਆਮ ਵਾਂਗ ਕੁਝ ਕਾਰੋਬਾਰ ਕਰਨਾ ਚਾਹੁੰਦੇ ਹੈਗੇ ਆ। ਹੁਣ ਉਹ ਚਾਹੁੰਦੇ ਨਹੀਂ ਵੀ ਜ਼ਿਆਦਾ ਜਿਹੜੀ ਲੜਾਈ ਹੈਗੀ ਆ ਇਹ ਖਿੱਚੀ ਜਾਵੇ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਗਾਹੇ ਬਗਾਹੇ ਤਾਂ ਗੱਲ ਕਰਦੇ ਰਹੇ ਆ ਪਹਿਲਾਂ ਕਿ ਯੂਰਪੀਅਨ ਯੂਨੀਅਨ ਸਾਰੀ ਇੱਕ ਸਾਰ ਨਹੀਂ ਬੋਲਦੀ। ਕੁਛ ਕੁ ਮੈਂਬਰ ਤਾਂ ਹਮੇਸ਼ਾ ਕਹਿੰਦੇ ਕਿ ਪੀਸ ਹੋਣੀ ਚਾਹੀਦੀ ਹੈ, ਸ਼ਾਂਤੀ ਹੋਣੀ ਚਾਹੀਦੀ ਹੈ ਇਹਨਾਂ ਦੇ ਨਾਲ, ਕਿਉਂਕਿ ਉਹਨਾਂ ਦੇ ਆਪਣੇ ਹਿੱਤ ਜੁੜੇ ਆ। ਹੁਣ ਅੱਜ ਤੁਸੀਂ ਗੱਲ ਕੀਤੀ ਹੈ ਕਿ ਨੋਰਡ 1 ਤੇ ਨੋਰਡ 2 ਦੀ ਦੋਹਾਂ ਦੀ ਉਹਨਾਂ ਨੇ ਪਾਈਪਲਾਈਨ ਬੰਦ ਕਰਤੀ। ਹਾਂਜੀ। ਉਹਦੇ ਨਾਲ ਜਿੰਨੇ ਯੂਰਪ ਵਾਲੇ ਆ ਤਾਂ ਕੰਬਣ ਲੱਗ ਪੈਣੇ ਹੁਣੇ ਹੀ ਗਰਮੀ ਦੇ ਵਿੱਚ ਹੀ, ਕਿਉਂਕਿ ਅੱਗੇ ਉਹਨਾਂ ਦੇ ਵਿੰਟਰ ਆਉਣ ਲੱਗਾ। ਹਾਂਜੀ। ਤੇ ਵਿੰਟਰ ਦੇ ਵਿੱਚ ਯੂਰਪ ਦੇ ਵਿੱਚ ਇਹ ਵੀ ਕਿਆਸ ਰਾਏ ਲਾ ਰਹੇ ਆ ਕਿ ਐਤਕੀ ਜਿਹੜੀ ਸਰਦੀ ਜ਼ਿਆਦਾ ਪੈਣੀ ਹੈ। ਜ਼ਿਆਦਾ ਸਰਦੀ ਪੈਣ ਦੇ ਨਾਲ ਦੇਖੋ, ਇੱਕ ਹਾਲੇ ਅਸੀਂ ਇੱਕ ਹੀ ਚੀਜ਼ ਦੀ ਗੱਲ ਕਰਦੇ ਹਾਂ, ਬਾਕੀ ਚੀਜ਼ਾਂ ਜਿਹੜੀਆਂ ਮੰਗਵਾਉਂਦੇ ਨੇ ਉਹ ਯੂਕਰੇਨ ਤੋਂ ਮੰਗਵਾਉਂਦੇ ਨੇ, ਰਸ਼ੀਆ ਤੋਂ ਮੰਗਵਾਉਂਦੇ, ਉਹ ਜੁਦੀਆਂ ਹੈ। ਹੁਣ ਅੰਦਰੋਂ ਅੰਦਰੀ ਯੂਰਪੀਅਨ ਯੂਨੀਅਨ ਦੇ ਵਿੱਚ ਪੋਲੈਂਡ ਵਾਲੇ ਉਹਨਾਂ ਦੇ ਮੈਂਬਰ ਆ, ਉਹ ਫਿਰ ਜਦੋਂ ਮੀਟਿੰਗ ਕਰਕੇ ਆਏ ਉਹ ਕਹਿੰਦੇ ਕਿ ਅਸੀਂ ਮਹਿਸੂਸ ਕੀਤਾ ਹੈ ਕਿ ਜਿਹੜੇ ਅੰਦਰੋਂ ਅੰਦਰੀ ਬਹੁਤ ਦੇਸ਼ ਆ ਜਿਹੜੇ ਇਸ ਹੱਕ ਦੇ ਵਿੱਚ ਹੈ ਕਿ ਇਹਨਾਂ ਦੋਹਾਂ ਦੇਸ਼ਾਂ ਦੀ ਹੁਣ ਲੜਾਈ ਬੰਦ ਹੋਣੀ ਚਾਹੀਦੀ ਹੈ। ਹਾਂਜੀ। ਤਾਂ ਕਿ ਅਸੀਂ ਵਪਾਰ ਜਿਹੜਾ ਨਾਰਮਲ ਕਰ ਸਕੀਏ। ਹਾਂਜੀ। ਹੁਣ ਵੱਡੇ ਵੱਡੇ ਜਿਹੜੇ ਮੁਲਕ ਆ ਉਹ ਕਮ ਸੇ ਕਮ ਮੂੰਹੋਂ ਬੋਲਦੇ ਨਹੀਂ, ਜਿੱਦਾਂ ਜਰਮਨੀ ਵਾਲੇ ਹੋਏ, ਫਰਾਂਸ ਵਾਲੇ ਹੋਏ, ਇੰਗਲੈਂਡ ਵਾਲੇ ਹੋਏ, ਇਹ ਉਹੀ ਕੁਝ ਕਹਿੰਦੇ ਆ ਜੋ ਇਹਨਾਂ ਨੂੰ ਅਮਰੀਕਾ ਵਾਲੇ ਕਹਿਣ। ਹਾਂਜੀ। ਉਹਨਾਂ ਦੀ ਹਾਲੇ ਤਾਈਂ ਜ਼ਰੂਰਤ ਨਹੀਂ ਕਿ ਕੋਈ ਉਹਨਾਂ ਦੇ ਖਿਲਾਫ ਗੱਲ ਕਰ ਜਾਵੇ, ਪਰ ਉਹ ਕਹਿੰਦੇ ਕਿ ਪੋਲੈਂਡ ਦੇ ਪ੍ਰਾਈਮ ਮਿਨਿਸਟਰ ਕਹਿੰਦੇ ਆ ਕਿ ਅੰਦਰੋਂ ਅੰਦਰੀ ਬਹੁਤ ਮੁਲਕ ਚਾਹੁੰਦੇ ਆ ਕਿ ਇਹ ਲੜਾਈ ਹੁਣ ਬੰਦ ਹੋ ਜਾਵੇ ਤਾਂ ਕਿ ਸਾਡਾ ਵਪਾਰ ਜਿਹੜਾ ਆਮ ਵਾਂਗ ਹੋਵੇ। ਹਾਂਜੀ। ਔਰ ਤੁਸੀਂ ਦੇਖਿਓ ਇਹ ਪ੍ਰੈਸ਼ਰ ਵਧਣਾ ਜਦੋਂ ਕੰਬਣ ਲੱਗੇ। ਹਾਂਜੀ। ਜਿੱਦਾਂ ਜਿੱਦਾਂ ਨਾ ਵਿੰਟਰ ਲਾਗੇ ਆ ਰਹੀ ਆ, ਜਿਸ ਤਰ੍ਹਾਂ ਠੰਡ ਲਾਗੇ ਆ ਰਹੀ ਆ, ਉਸ ਤੋਂ ਬਾਅਦ ਇਹ ਹੋਰ ਵੀ ਮੁਲਕ ਉਹਨਾਂ ਦੇ ਨਾਲ ਰਲਣ ਵਾਲੇ ਆ। ਹਾਂਜੀ। ਤੇ ਕਮ ਸੇ ਕਮ ਉਹਨਾਂ ਤੇ ਸਿੱਧਾ ਅਸਰ ਪੈਂਦਾ ਨਾ। ਸਾਡੇ ਤਾਂ ਪ੍ਰਾਈਮ ਮਿਨਿਸਟਰ ਛਾਲਾਂ ਮਾਰਦੇ ਫਿਰਦੇ ਬਈ ਤੁਸੀਂ ਲੜੀ ਚੱਲੋ, ਜੇ ਕਿਤੇ PP ਦੀ ਲੋੜ ਪੈਂਦੀ ਹੈ ਨਾ ਅੱਗ ਲਾਉਣ ਦੀ ਤਾਂ ਸਾਡੇ ਨੂੰ ਦੇ ਦੇਵਾਂਗੇ। ਇਹ ਦੇਖੋ ਕਿ ਕੈਨੇਡਾ ਵਾਲੇ ਸਾਡੇ ਤੋਂ ਬਹੁਤ ਇੱਥੇ CNG ਆ। ਹਾਂਜੀ। ਤੇ ਇੱਕ এনवायरमेंटल ਲੌਬੀ ਤੋਂ ਡਰਦੇ ਹੋਏ ਪ੍ਰਾਈਮ ਮਿਨਿਸਟਰ ਨੇ
ਇੱਥੋਂ ਆਇਆ ਜਰਮਨੀ ਦਾ ਚਾਂਸਲਰ ਮੋੜਿਆ, ਜਿਹੜਾ ਚਾਹੁੰਦਾ ਸੀ ਕਿ ਅਸੀਂ CNG ਉਹਨਾਂ ਨੂੰ ਸਪਲਾਈ ਕਰੀਏ। ਜੀ, ਪਰਪਸ ਉਹਨਾਂ ਦਾ ਇਹੀ ਸੀ। ਪਰਪਸ ਜੀ ਉਹ ਆਇਆ ਹੀ ਇਸ ਕਰਕੇ ਸੀ ਜੀ ਕਿ ਅਸੀਂ ਜੇ ਰਸ਼ੀਆ ਵਾਲੇ ਨਹੀਂ ਦਿੰਦੇ ਤੁਸੀਂ ਸਾਨੂੰ ਦੇ ਦਿਓ। ਹਾਂਜੀ ਤੇ ਪ੍ਰਾਈਮ ਮਿਨਿਸਟਰ ਟਰੂਡੋ ਨੇ ਉਹਨਾਂ ਨੂੰ ਖਾਲੀ ਮੋੜ ਦਿੱਤਾ, ਕਿਉਂਕਿ ਇਹਨਾਂ ਨੂੰ ਵੋਟਾਂ ਜਿਹੜੀਆਂ ਮਿਲਣੀਆਂ ਐਨਵਾਇਰਨਮੈਂਟਲ ਲੌਬੀ ਦੀਆਂ ਉਹ ਗਵਾ ਨਹੀਂ ਸਕਦੇ। ਹਾਂਜੀ ਤਾਂ ਉਹਨਾਂ ਥੋੜ੍ਹੀਆਂ ਜਿਹੀਆਂ ਵੋਟਾਂ ਦਾ ਕਰਕੇ ਇਹਨਾਂ ਨੇ ਸਾਰੀ ਦੀ ਸਾਰੀ CNG ਇੰਡਸਟਰੀ ਜਿਹੜੀ ਸੀ ਕੈਨੇਡਾ ਦੀ, ਉਹਨਾਂ ਨੇ ਜਿਹੜੇ ਪੈਸੇ ਬਣਾਉਣੇ ਸੀ ਅੱਜ ਕੱਲ੍ਹ। ਔਰ ਦੂਸਰਾ ਵੱਡੀ ਗੱਲ ਇਹ ਹੈ ਵੀ ਯੂਰਪੀਅਨ ਯੂਨੀਅਨ ਨੂੰ ਅੱਜ ਚਾਹੀਦੇ ਸੀ ਉਹ। ਹਾਂਜੀ ਤੇ ਜੇ ਉਹ ਕਾਊਂਟ ਕਰਦੇ ਆ ਵੀ ਤੁਸੀਂ ਵੀ ਨੇਟੋ ਦੇ ਮੈਂਬਰ ਆ, ਅਸੀਂ ਇੱਕੋ ਹੀ ਅਲਾਇੰਸ ਦੇ ਮੈਂਬਰ ਆ, ਸਾਡੀ ਤੁਸੀਂ ਮਦਦ ਕਰ ਦਿਓ, ਇਹਨਾਂ ਨੇ ਮਦਦ ਕਰਨ ਤੋਂ ਬਿਲਕੁਲ ਇਨਕਾਰ ਕਰ ਦਿੱਤਾ। ਹਾਂਜੀ ਤਾਂ ਉੱਦਾਂ ਛਾਲਾ ਮਾਰਦੇ ਆ ਵੀ ਯੂਕਰੇਨ ਦੇ ਵਿੱਚ ਲੜਾਈ ਹੋਵੇ, ਕਿਉਂਕਿ ਅਸੀਂ ਤਾਂ ਇੱਥੇ ਬੈਠੇ ਹਾਂ। ਹਮੇਸ਼ਾ ਹੀ ਤੁਸੀਂ ਦੇਖੋ ਇੱਕ ਸਟੱਡੀ ਕੀਤੀ ਗਈ ਯੂਰਪ ਦੀ ਤੇ ਉਹਦੇ ਨਾਲ ਨਾਰਥ ਅਮਰੀਕਾ ਦੀ ਕਰਦੇ ਸੀ, ਸਾਈਕੋਲੋਜੀਕਲ ਇੰਪੈਕਟ ਦੀ ਗੱਲ ਕਰਦੇ ਸੀ, ਲੜਾਈ ਦਾ ਅਸਰ ਕੀ ਪੈਂਦਾ ਹੈ। ਉਹ ਕਹਿੰਦੇ ਕਿ ਦੇਖੋ ਯੂਰਪ ਦੇ ਵਿੱਚ ਤਾਂ ਲੜਾਈਆਂ ਹੁੰਦੀਆਂ ਰਹੀਆਂ, ਵਰਲਡ ਵਾਰ 1 ਹੋਈ ਜਾਂ ਵਰਲਡ ਵਾਰ 2 ਹੋਈ, ਉਸ ਤੋਂ ਪਹਿਲਾਂ 30 ਸਾਲਾਂ ਲੜਾਈ, 100 ਸਾਲ ਲੜਾਈ, ਸਦਾ ਹੀ ਲੜਦੇ ਰਹੇ ਯੂਰਪ ਦੇ ਵਿੱਚ। ਸੋ ਆਮ ਜਿਹੜੇ ਲੋਕੀ ਆ ਉਹ ਫਿਰ ਸਫਰ ਕਰਦੇ ਆ ਉਹਨਾਂ ਤੇ ਕਿਉਂਕਿ ਲੜਾਈਆਂ ਤਾਂ 2 ਆਰਮੀਜ਼ ਲੜਦੀਆਂ ਹਾਂਜੀ ਪਰ ਬੰਬ ਤਾਂ ਉਹਨਾਂ ਤੇ ਡਿੱਗਦੇ ਆ ਨਾ। ਸੋ ਆਮ ਲੋਕਾਂ ਨੂੰ ਵੀ ਤਕਲੀਫ ਹੁੰਦੀ ਹੈ ਹਾਂਜੀ ਉਸ ਗੱਲ ਦੀ। ਨਾਰਥ ਅਮਰੀਕਾ ਦੇ ਵਿੱਚ ਤਾਂ ਕਦੇ ਲੜਾਈ ਨਹੀਂ ਹੋਈ। ਜੇ ਲੜਾਈ ਕੀਤੀ ਇੱਕ ਵਾਰ ਇਹਨਾਂ ਨੇ ਇੰਗਲੈਂਡ ਵਾਲਿਆਂ ਨੇ ਕੀਤੀ ਸੀ, ਕੈਨੇਡਾ ਦਾ ਤਾਂ ਨਾ ਹੀ ਆ ਉਹ 1812 ਦੀ ਜਿਹੜੀ ਲੜਾਈ ਹੋਈ ਸੀ। ਤੇ ਇਹ ਅਸਲੀ ਤੌਰ ਤੇ ਤਾਂ ਇਹ ਅਮਰੀਕਾ ਵਾਲੇ ਤੇ ਕੈਨੇਡਾ ਵਾਲੇ ਹਮੇਸ਼ਾ ਲੜਾਈ ਤੋਂ ਬਚੇ ਰਹੇ। ਜੇ ਲੜਾਈ ਹੋਈ ਏਸ਼ੀਆ 'ਚ ਹੋਈ ਆ, ਯੂਰਪ 'ਚ ਹੋਈ ਆ, ਚਲੋ ਸਾਡੇ ਫੌਜੀਆਂ ਨੇ ਜਾ ਕੇ ਉੱਥੇ ਜਾ ਕੇ ਲੜਾਈ ਕੀਤੀ ਹੈ, ਪਰ ਕਿਤੇ ਜਾ ਕੇ ਲੜਨਾ ਸੌਖਾ ਆ, ਆਪਣੇ ਦੇਸ਼ ਦੇ ਵਿੱਚ ਉਹਦਾ ਅਸਰ ਸਹਿਣਾ ਬੜਾ ਔਖਾ ਹੁੰਦਾ, ਖਾਸ ਤੌਰ ਤੇ ਸਿਵਿਲੀਅਨ ਲੋਕਾਂ ਲਈ ਜਿਹੜੇ ਆਮ ਹੁਣ ਬੜਕਾ ਮਾਰਦੇ ਨਾ ਵੀ ਯੂਕਰੇਨ ਦੇ ਵਿੱਚ ਲੜਾਈ ਹੋਣੀ ਚਾਹੀਦੀ ਹੈ। ਇਹਨਾਂ ਬੰਦਿਆਂ ਨੇ ਕਦੇ ਲੜਾਈ ਦੇਖੀ ਨਹੀਂ। ਹਾਂਜੀ ਯੂਕਰੇਨ ਦੇ ਲੋਕਾਂ ਨੇ ਦੇਖੀ ਆ, ਉਹਨਾਂ ਨੇ ਹੱਥ ਖੜੇ ਕਰ ਦਿੱਤੇ। ਹਾਂਜੀ ਉਹਨਾਂ ਦੀ ਅਪੀਲ ਉਹਨਾਂ ਦੇ ਪ੍ਰੈਜ਼ੀਡੈਂਟ ਨੂੰ ਇਹੀ ਆ ਕਿ ਤੁਸੀਂ ਲੜਾਈ ਹੁਣ ਬੰਦ ਕਰੋ। ਜੀ ਜਿਹੜੇ ਲੜਾਈ ਦੇਖਦੇ ਆ ਉਹਨਾਂ ਨੂੰ ਪਤਾ ਹੁੰਦਾ। ਹਾਂਜੀ ਤੁਸੀਂ ਜਦੋਂ ਲਾਸ਼ਾਂ ਘਰ ਦੇ ਵਿੱਚ ਆਉਂਦੀਆਂ ਦੇਖ ਨਹੀਂ ਸਕਦੇ। ਹਾਂਜੀ ਬਿਲਕੁਲ ਤੁਸੀਂ ਸਹੀ ਕਿਹਾ ਡਾਕਟਰ ਸਾਹਿਬ। ਆਪਣੇ ਤਾਂ ਜਸਟਿਨ ਟਰੂਡੋ ਉਹਨਾਂ ਨੇ ਵੈਸੇ ਤਾਂ ਇਹ ਬੜਾ ਸ਼ਾਂਤੀ ਦਾ ਮਸੀਹਾ ਬਣਦੇ ਆ, ਪਰ ਜਦੋਂ ਤੋਂ ਇਹ ਰਸ਼ੀਆ ਤੇ ਯੂਕਰੇਨ ਦੀ ਲੜਾਈ ਸ਼ੁਰੂ ਹੋਈ ਹੈ, ਇਹਨਾਂ ਨੇ ਕਦੇ ਨਹੀਂ ਕਿਹਾ ਹੈਗਾ ਕਿ ਬੈਠ ਕੇ ਉਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ। ਇਹਨਾਂ ਨੇ ਕਿਹੜੇ ਸ਼ਬਦ ਵਰਤੇ ਆ ਕਿ ਅਸੀਂ ਯੂਕਰੇਨ ਦੀ ਸਪੋਰਟ ਕਰਦੇ ਆ, ਮਿਲਟਰੀ ਸਹਾਇਤਾ ਅਸੀਂ ਭੇਜਾਂਗੇ, ਅਸੀਂ ਉਹਨਾਂ ਦੀ ਬੈਕ ਤੇ ਖੜੇ ਹੈਗੇ ਆ, ਇਹੋ ਜਿਹੀਆਂ ਗੱਲਾਂ ਹੀ ਕੀਤੀਆਂ ਨੇ ਇਹਨਾਂ ਨੇ। ਇੱਕ ਟ੍ਰੈਡੀਸ਼ਨਲ ਜਿਹੜੀ ਸਾਡੀ ਫੋਰਨ ਪਾਲਿਸੀ ਹੁੰਦੀ ਸੀ ਨਾ ਕਿ ਪੀਸ ਕੀਪਿੰਗ ਨੂੰ ਐਡਵੋਕੇਸੀ ਕਰਨੀ, ਉਹ ਛੱਡ ਦਿੱਤੀ। ਤੇ ਹੁਣ ਜੋ ਕੁਝ ਵੀ ਅਮਰੀਕਨ ਪ੍ਰੈਜ਼ੀਡੈਂਟ ਕਹਿ ਦੇਵੇ, ਉਦੋਂ ਪਹਿਲਾਂ ਹੀ ਇਹਨਾਂ ਨੇ ਗੱਲ ਕੀਤੀ। ਪਹਿਲੇ ਜਦੋਂ ਬ੍ਰਾਇਨ ਮਰੂਨੀ ਬਾਰੇ ਇੱਕ ਗੱਲ ਉਦੋਂ ਮਸ਼ਹੂਰ ਹੁੰਦੀ ਸੀ ਕਿ ਜਦੋਂ ਉਹ ਪ੍ਰਾਈਮ ਮਿਨਿਸਟਰ ਸਨ, ਜੇ ਅਮਰੀਕਾ ਵਾਲਿਆਂ ਦਾ ਫੋਨ ਆਉਂਦਾ ਹੁੰਦਾ ਸੀ, ਉਹ ਹੈਲੋ ਨਹੀਂ ਸੀ ਫੋਨ ਨੂੰ ਕਹਿੰਦੇ, ਉਹ ਯੈਸ ਕਹਿੰਦੇ ਹੁੰਦੇ ਸੀ। ਮਤਲਬ ਉਹ ਕਹਿੰਦੇ ਅਮਰੀਕਾ ਨੇ ਜੋ ਕੁਝ ਵੀ ਮੰਗ ਲਿਆ ਇਹਨਾਂ ਨੇ ਦੇ ਦੇਣਾ, ਯੈਸ ਸਾਰੀ ਹੋਣੀ ਹੈ ਇੱਥੇ, ਯੈਸ ਸਾਰੀ ਹੋਣੀ ਹੈ। ਹਾਂਜੀ। ਤੇ ਉਦੋਂ ਬਾਅਦ ਹੁਣ ਪ੍ਰਾਈਮ ਮਿਨਿਸਟਰ ਇੱਕ ਆਇਆ ਜਿਹੜਾ ਜਸਟਿਨ ਟਰੂਡੋ, ਇਹ 2 ਵਾਰੀ ਯੈਸ ਕਹਿ ਕੇ ਚੱਕਦਾ ਹੈ। ਹਾਂਜੀ। ਹੁਣ ਤੁਸੀਂ ਇੱਥੇ ਜੌਂਕਰਚੀਆਂ ਨੂੰ ਜਦੋਂ ਫੋਨ ਆਇਆ ਸੀ, ਜੌਂਕਰਚੀਆਂ ਨੂੰ ਕਹਿੰਦੇ ਸੀ ਕਿ ਤੁਸੀਂ ਸਾਡੇ ਨਾਲ ਇਰਾਕ ਦੇ ਵਿੱਚ ਚਲੋ, ਲੜਾਈ ਕਰਨੀ ਹੈ ਉੱਥੇ, ਉਹਨਾਂ ਨੇ ਨਾ ਕਰਤੀ। ਕੋਈ ਨਾ ਕੋਈ ਪ੍ਰਾਈਮ ਮਿਨਿਸਟਰ ਨੇ ਸਟੈਂਡ ਤਾਂ ਲਿਆ ਨਾ ਆਪਣਾ। ਹਾਂਜੀ। ਕਿ ਠੀਕ ਹੈ, ਕੋਈ ਸਾਡਾ ਉੱਥੇ ਕੋਈ ਕੰਮ ਨਹੀਂ ਹੈ। ਇਰਾਕ ਵਾਲਿਆਂ ਨੇ ਕੁਝ ਨਹੀਂ ਕੀਤਾ, ਪਰ ਜਸਟਿਨ ਟਰੂਡੋ ਨੇ ਬਿਲਕੁਲ ਫੋਰਨ ਪਾਲਿਸੀ, ਤੁਸੀਂ ਕਹ ਲਓਗੇ ਸਾਡੀ ਫੋਰਨ ਪਾਲਿਸੀ ਬਣਦੀ ਹੈ ਵਾਈਟ ਹਾਊਸ ਦੇ ਵਿੱਚ। ਹਾਂਜੀ। ਜਿਹੜੀ ਪਹਿਲਾਂ ਕਮ ਸੇ ਕਮ ਇਹ ਕੁਛ ਇਸ਼ੂਜ਼ ਤੇ ਆਪਣਾ ਸਟੈਂਡ ਰੱਖਦੇ ਹੁੰਦੇ ਸੀ, ਉਹ ਖਤਮ ਕਰਤਾ ਇਹਨਾਂ ਨੇ। ਹਾਂਜੀ। ਤੇ ਖਤਮ ਕੌਣ ਕਰਨ ਵਾਲਾ? ਸਟ੍ਰੇਂਜਲੀ ਜਸਟਿਨ ਟਰੂਡੋ। ਔਰ ਇੰਡੀਪੈਂਡੈਂਟਲੀ ਲੜਿਆ, ਜਿਹੜੀ ਫੋਰਨ ਪਾਲਿਸੀ ਗਈ ਉਹ ਇਹਨਾਂ ਦਾ ਬਾਪ ਹੀ ਲੜਿਆ। ਹਾਂਜੀ। ਪੀਅਰ ਐਲੀਅਟ ਟਰੂਡੋ US ਦੇ ਵਿੱਚ ਜਾ ਕੇ ਇੱਕ ਕਨਵੋਕੇਸ਼ਨ ਉਹਨਾਂ ਨੇ ਐਡਰੈਸ ਕਰਨਾ ਸੀ,
ਔਰ ਉਹਨਾਂ ਦਿਨਾਂ ਦੇ ਵਿੱਚ ਯੂਐਸ ਨੇ ਕਾਰਪਟ ਬਾਮਿੰਗ ਕੀਤੀ ਸੀ ਵੀਅਤਨਾਮ ਦੇ ਵਿੱਚ। ਹਾਂਜੀ। ਔਰ ਉਹਨਾਂ ਨੇ ਉੱਥੇ ਨਿਖੇਧੀ ਕੀਤੀ, ਅਮਰੀਕਾ ਦੇ ਵਿੱਚ ਹੀ ਜਾ ਕੇ ਉਹਨਾਂ ਦੀ ਨਿਖੇਧੀ ਕੀਤੀ। ਕਹਿੰਦੇ ਕਿ ਇਹ ਗੱਲ ਮਾੜੀ ਗੱਲ ਹੈ, ਤੁਸੀਂ ਆਮ ਲੋਕਾਂ ਤੇ ਬੰਬ ਸਿੱਟਣ ਲੱਗੇ। ਇਸ ਗੱਲ ਦਾ ਉਹਨਾਂ ਨੂੰ ਹਰਜਾਨਾ ਵੀ ਭੁਗਤਣਾ ਪਿਆ, ਪਰ ਉਹ ਕਮ ਸੇ ਕਮ ਸਟੈਂਡ ਤਾਂ ਲਿਆ ਨਾ। ਹਾਂਜੀ। ਕਿਊਬਾ ਦੇ ਨਾਲ ਵਧੀਆ ਰਿਲੇਸ਼ਨ ਰਹੇ ਆ, ਅਫਰੀਕਾ ਦੇ ਨਾਲ ਵਧੀਆ ਰਿਲੇਸ਼ਨ ਰਹੇ ਆ। ਹੁਣ ਕਿਸੇ ਦੇ ਨਾਲ ਵੀ ਸਾਡੇ ਰਿਲੇਸ਼ਨ ਨਹੀਂ ਵਧੀਆ, ਸਿਰਫ ਵਧੀਆ ਤੇ ਉਹ ਵੀ ਇੱਕ ਪਾਰਟੀ ਦੇ ਨਾਲ। ਯੂਐਸ ਦੇ ਵਿੱਚ ਰਿਪਬਲਿਕਨ ਆ ਜਾਣ ਤਾਂ ਪਤਾ ਨਹੀਂ ਕੀ ਬਣੇ ਇਹਨਾਂ ਦਾ। ਹਾਂਜੀ। ਸੋ ਇੱਕ ਪ੍ਰਾਈਮ ਮਿਨਿਸਟਰ ਇਸ ਹੱਦ ਤਾਈਂ ਆ ਗਿਆ ਜਿੱਦਾਂ ਭਗਵੰਤ ਮਾਨ ਸਾਡੇ ਪੰਜਾਬ 'ਚ ਆਇਆ ਜੀ। ਇੰਨਾ ਗਿਰਿਆ ਹੋਇਆ ਚੀਫ ਮਿਨਿਸਟਰ ਕਦੇ ਨਹੀਂ ਪੰਜਾਬ 'ਚ ਆਇਆ, ਜਿਹਨੇ ਸਭ ਕੁਝ ਛੱਡ ਦਿੱਤਾ ਹੋਵੇ। ਦਿੱਲੀ ਦੀ ਫੋਨ ਆਏ ਤੋਂ ਬਿਨਾਂ ਰੋਟੀ ਨਾ ਖਾਂਦਾ ਹੋਵੇ। ਹਾਂਜੀ। ਕੇਜਰੀਵਾਲ ਨੂੰ ਸਭ ਕੁਝ ਸੌਂਪ ਦਿੱਤਾ ਜੀ। ਮਤਲਬ ਇਹ ਸਿੱਧੇ ਤੌਰ ਤੇ ਸੰਧੀ ਆ ਉਹਦੀ। ਜਿਹੜੇ ਜਿੰਨੇ ਵੀ ਕਹਿੰਦੇ ਹੁੰਦੇ ਦਿੱਲੀ ਵਾਲਾ ਮਾਡਲ, ਦਿੱਲੀ ਵਾਲਾ ਮਾਡਲ, ਪਰ ਚਲੋ ਉਹਨੇ ਪਾਰਟੀ ਨੇ ਤੁਹਾਨੂੰ ਹੇਰਾ ਫੇਰੀ ਕਰਕੇ ਚੀਫ ਮਿਨਿਸਟਰ ਬਣਾਇਆ। ਜੋ ਵੀ ਜਿਹੜਾ ਸਰਵੇ ਕਰਾਉਂਦੇ ਸੀ, ਸੋ ਕਾਲਡ ਸਰਵੇ ਸੀ, ਉੱਥੇ ਇੱਕ ਬੰਦੇ ਨੂੰ ਮੈਂ ਆਮ ਆਦਮੀ ਪਾਰਟੀ ਦਾ ਬੰਦਾ ਹੁੰਦਾ ਸੀ, ਮੈਂ ਕਿਹਾ ਅੱਜ ਕੱਲ੍ਹ ਤਾਂ ਕੰਪਨੀਆਂ ਮਿਲ ਜਾਂਦੀਆਂ ਜਿਹੜੀਆਂ ਫੋਨ ਕਰਦੀਆਂ ਤੁਹਾਨੂੰ। ਇਹ ਫੋਨ ਹੀ ਕਰਾਉਂਦਾ? ਉਹ ਕਹਿੰਦਾ ਇਹ ਹੇਰਾ ਫੇਰੀ ਕਰਾਉਂਦਾ। ਇਹਨੇ ਕਹਿੰਦਾ ਕੰਪਨੀ ਇਹ ਥੋੜ੍ਹਾ ਗਿਣਦਾ ਵੀ ਕਿਹਦੀਆਂ ਕਾਲਸ ਕਿੰਨੀਆਂ ਗਈਆਂ। ਉਹ ਕਹਿੰਦਾ ਕੇਜਰੀਵਾਲ ਨੂੰ ਭਗਵੰਤ ਮਾਨ ਵਰਗਾ ਕੋਈ ਬੰਦਾ ਨਹੀਂ ਲੱਭਣਾ ਜਿਹੜਾ ਕਿ ਉਹਦੇ ਪੈਰਾਂ 'ਚ ਡਿੱਗਿਆ ਹੋਵੇ। ਹਾਂਜੀ। ਤੇ ਪੈਰਾਂ 'ਚ ਡਿੱਗੇ ਨੇ, ਉੱਠਣਾ ਨਹੀਂ ਕਦੇ। ਤੇ ਇਸ ਤਰ੍ਹਾਂ ਸਾਡੇ ਜਸਟਿਨ ਟਰੂਡੋ। ਜੀ ਬਿਲਕੁਲ, ਤੁਸੀਂ ਸਹੀ ਕਿਹਾ ਡਾਕਟਰ ਸਾਹਿਬ। ਡਾਕਟਰ ਸਾਹਿਬ ਹੁਣ ਰੁਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਡਾਕਟਰ ਸਾਹਿਬ ਗੱਲ ਕਰਦੇ ਹਾਂ ਆਪਾਂ ਅਲੈਗਜ਼ੈਂਡਰ ਡਿਊਗਨ ਦੀ। 20 ਅਗਸਤ ਨੂੰ ਉਹਨਾਂ ਦੀ ਬੇਟੀ ਦੀ ਇੱਕ ਕਾਰ ਬੰਬ ਧਮਾਕੇ ਦੇ ਵਿੱਚ ਮੌਤ ਹੋਈ ਸੀ ਤੇ ਉਸ ਤੋਂ ਬਾਅਦ ਅਲੈਗਜ਼ੈਂਡਰ ਡਿਊਗਨ ਨੇ ਰਸ਼ੀਆ ਦੇ ਲਈ ਇਹ ਕਿਹਾ ਕਿ ਉਹਨਾਂ ਦੀ ਬੇਟੀ ਰਸ਼ੀਆ ਦੇ ਲਈ ਸ਼ਹੀਦ ਹੋਈ ਆ, ਉਹਨੇ ਆਪਣੀ ਜਾਨ ਦਿੱਤੀ ਆ। ਤੇ ਉਹਨਾਂ ਨੇ ਬਹੁਤ ਹੀ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਪੁਤਨ ਦੀ ਉਹਨਾਂ ਨੇ ਆਲੋਚਨਾ ਕੀਤੀ ਆ, ਕ੍ਰਿਟਿਸਿਜ਼ਮ ਕੀਤਾ। ਹੁਣ ਆਪਾਂ ਗੱਲ ਕਰਦੇ ਆ ਵੈਸਟਰਨ ਮੀਡੀਆ ਦੀ। ਜੇ ਵੈਸਟਰਨ ਮੀਡੀਆ ਦੇ ਵਿੱਚ ਚਾਹੇ ਆਪਾਂ ਵਾਲ ਸਟਰੀਟ ਜਰਨਲ ਦੇਖ ਲਈਏ, ਚਾਹੇ ਵਾਸ਼ਿੰਗਟਨ ਪੋਸਟ ਦੇਖ ਲਈਏ ਜਾਂ ਬਾਕੀ ਮੀਡੀਆ ਆਊਟਲੈਟਸ ਦੇਖ ਲਈਏ, ਉਹਨਾਂ ਸਾਰਿਆਂ ਵੱਲੋਂ ਇੰਨਾ ਪ੍ਰਚਾਰ ਕੀਤਾ ਗਿਆ ਸੀ ਕਿ ਜਿਹੜਾ ਅਲੈਗਜ਼ੈਂਡਰ ਡਿਊਗਨ ਹੈਗਾ ਇਹ ਪੁਤਨ ਦਾ ਬਹੁਤ ਨੇੜੇ ਦਾ ਸਹਿਯੋਗੀ ਆ, ਇਹ ਪੁਤਨ ਦਾ ਦਿਮਾਗ ਹੈਗਾ, ਇਹ ਉਹਦਾ ਇੰਟੈਲੈਕਚੁਅਲ ਆਰਕੀਟੈਕਟ ਹੈਗਾ, ਪਤਾ ਨਹੀਂ ਹੋਰ ਵੀ ਕਿਹੜੇ ਐਡਜੈਕਟਿਵਸ ਲਾਏ ਗਏ। ਤੇ ਹੁਣ ਜੇ ਆਪਾਂ ਅਲੈਗਜ਼ੈਂਡਰ ਡਿਊਗਨ ਦਾ ਰੋਲ ਦੇਖਦੇ ਆ, ਸਭ ਤੋਂ ਜ਼ਿਆਦਾ ਪੁਤਨ ਦੀ ਜਿਹੜੀ ਆਲੋਚਨਾ ਇਹਨਾਂ ਵੱਲੋਂ ਕੀਤੀ ਜਾ ਰਹੀ ਹੈਗੀ ਆ। ਤੇ ਇਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜਾ ਯੂਕਰੇਨ ਤੇ ਰਸ਼ੀਆ ਦੀ ਲੜਾਈ ਚੱਲਦੀ ਆ, ਜਿਹੜਾ ਪੁਤਨ ਹੈਗਾ ਉਹਨੂੰ ਅਗਰੈਸਿਵ ਵੇ ਦੇ ਨਾਲ ਇਹ ਅੱਗੇ ਨਹੀਂ ਵਧਾ ਰਿਹਾ। ਤੁਸੀਂ ਕੀ ਕਹਿਣਾ ਚਾਹੋਗੇ ਇਸ ਖਬਰ ਬਾਰੇ? ਅਸੀਂ ਅੱਗੇ ਵੀ ਗੱਲ ਕੀਤੀ ਸੀ ਕਿ ਇਹ ਇਹਨਾਂ ਦੀ ਕਿਆਸ ਆਈ ਸੀ ਕਿ ਪਹਿਲੀ ਇੱਕ ਗੱਲ ਹੈਗੀ ਹੈ ਕਿ ਜਿਹੜਾ ਡਿਊਗਨ ਹੈ ਉਹ ਹੀ ਇਜ਼ ਨੋ ਬੋਡੀ। ਹਾਂਜੀ। ਇੱਕ ਛੋਟੀ ਜਿਹੀ ਪਾਰਟੀ ਰਾਈਟ, ਜਿਹੜੀ ਬਿਲਕੁਲ ਰਾਈਟ ਵਿੰਗ ਫ੍ਰਿੰਜ ਗਰੁੱਪ ਹੈ, ਉਹਦੇ ਲਈ ਲਿਖਦਾ। ਉਹ ਵੈਬਸਾਈਟ ਹੈਗੀ ਉਹਦੀ, ਤੇ ਉਹਦੇ ਤੇ ਜਿਹੜੇ ਈਵਨ ਯੂਰਪੀਅਨ ਲੋਕੀ ਆ ਨਾ, ਜਿਹੜੇ ਬੰਦੇ ਰਸ਼ੀਅਨ ਜਾਣਦੇ ਆ, ਉਹਨਾਂ ਨੇ ਫਿਰ ਦੇਖਿਆ, ਪੜ੍ਹਨਾ ਸ਼ੁਰੂ ਕੀਤਾ ਜਦੋਂ ਵੈਸਟ ਦੇ ਵਿੱਚ ਇਹ ਲਿਖਣਾ ਸ਼ੁਰੂ ਕਰਤਾ ਕਿ ਇਹ ਤਾਂ ਬਿਲਕੁਲ ਪਿਊਟਨ ਦਾ ਦਿਮਾਗ ਹੈ ਜੀ, ਪਿਊਟਨ ਦਾ ਸਾਥੀ ਆ, ਪਿਊਟਨ ਦਾ ਐਡਵਾਈਜ਼ਰ ਹੈ। ਉਹਨਾਂ ਨੇ ਦੇਖਿਆ ਕਿ ਪਿਊਟਨ ਦੀ ਤਾਂ ਉਹ ਜ਼ਿਆਦਾ ਛਿੱਲ ਆਉਂਦਾ। ਹਾਂਜੀ। ਹੁਣ ਉਹਦੀ ਬੇਟੀ ਦੀ ਮੌਤ ਤੋਂ ਬਾਅਦ ਖਾਸ ਤੌਰ ਤੇ ਉਹਨੇ ਪਿਊਟਨ ਦੇ ਖਿਲਾਫ ਇੰਨੇ ਆਰਟੀਕਲ ਲਿਖੇ ਨਾ। ਹਾਂਜੀ। ਤਾਂ ਉਹਨਾਂ ਨੂੰ ਟਰਾਂਸਲੇਟ ਕਰਕੇ ਜਦੋਂ ਵੈਸਟਰਨ ਯੂਰਪ ਦੇ ਵਿੱਚ ਪੜ੍ਹਿਆ, ਉਹਦੇ ਬੇਸ ਤੇ ਫਿਰ ਗਾਰਡੀਅਨ ਪੇਪਰ ਛਪਦਾ ਹੈ ਇੱਕ ਜਿਹੜਾ ਇੰਗਲੈਂਡ ਤੋਂ, ਉਹਨਾਂ ਨੇ ਇੱਕ ਆਰਟੀਕਲ ਲਿਖਿਆ ਕਿ ਜਿਹਨੂੰ ਅਸੀਂ ਕਹਿੰਦੇ ਆ ਕਿ ਬਹੁਤ ਦਿਮਾਗ ਆ ਪਿਊਟਨ ਦਾ, ਇਹ ਤਾਂ ਪਿਊਟਨ ਦੀ ਪੂਰੀ ਛਿੱਲ ਆ ਰਿਹਾ। ਹਾਂਜੀ, ਬਿਲਕੁਲ ਆਪੋਜ਼ਿਟ। ਇਹ ਬਿਲਕੁਲ ਆਪੋਜ਼ਿਟ ਹੈ। ਤੇ ਸੈਕੰਡਲੀ ਰਸ਼ੀਆ ਵਾਲਿਆਂ ਨੂੰ ਪੁੱਛ ਕੇ ਦੇਖ ਲਓ ਕਿਸੇ ਨੂੰ, ਤੇ ਉਹ ਦੱਸ ਦੇਣਗੇ ਤੇ ਬਈ ਇਹ ਬੰਦਾ ਹੈ ਹੀ ਨਹੀਂ ਕੋਈ। ਹੋ ਸਕਦਾ ਤੁਹਾਨੂੰ ਜ਼ਿਆਦਾ ਪਤਾ ਹੋਵੇ, ਪਰ ਰਸ਼ੀਆ ਦੇ ਵਿੱਚ ਇਹਨੂੰ ਕੋਈ ਨਹੀਂ ਪੁੱਛਦਾ। ਦੇਖੋ ਡਾਕਟਰ ਸਾਹਿਬ, ਜਿੱਦਾਂ ਹੁਣ ਵੈਸਟਰਨ ਮੀਡੀਆ ਦੇ ਵਿੱਚ ਅਲੈਗਜ਼ੈਂਡਰ ਡਿਊਗਨ ਦੀ ਇਹਨਾਂ ਨੇ ਇਮੇਜ ਬਣਾਈ ਸੀ, ਉਸ ਤੋਂ ਬਾਅਦ ਜਿੱਦਾਂ ਫਿਰ ਡਿਊਗਨ ਦੇ ਆਰਟੀਕਲਸ ਦੀ ਟਰਾਂਸਲੇਸ਼ਨ ਹੋਈ। ਦੇਖੋ, ਨਾ ਤਾਂ ਡਿਊਗਨ ਦੇ ਕੋਲੇ ਕੋਈ ਸਰਕਾਰੀ ਅਹੁਦਾ ਹੈਗਾ, ਨਾ ਹੀ ਉਹਦਾ ਪੁਤਨ ਦੇ ਨਾਲ ਕੋਈ ਵੀ ਪਰਸਨਲ ਰਿਲੇਸ਼ਨ ਹੈਗਾ, ਨਾ ਹੀ ਇੱਥੋਂ ਤੱਕ ਕਿ ਉਹਨਾਂ ਦੀ ਇਕੱਠਿਆਂ ਦੀ ਵੀ ਕੋਈ ਫੋਟੋ ਹੈ ਨਹੀਂਗੀ। ਦੇਖੋ,
ਸਰਕਾਰਾਂ ਅੱਜ ਕੱਲ੍ਹ ਕਿਸੇ ਨੂੰ ਵੀ ਕੁਝ ਵੀ ਕਰ ਸਕਦੀਆਂ। ਉਹ ਕਿਸੇ ਬਿਲਕੁਲ ਮਿੱਟੀ 'ਚ ਪਏ ਇੱਕ ਕਿਣਕੇ ਨੂੰ ਹੀਰਾ ਬਣਾ ਸਕਦੀ। ਹਾਂਜੀ, ਦੱਸਣ ਕਮ ਸੇ ਕਮ ਦੱਸ ਤਾਂ ਦਿੰਦੀਆਂ ਨੇ ਵੀ ਇਹ ਲੋਕੀ ਸੋਚਦੇ ਹੋਣੇ ਆ ਕਿ ਇਸ ਬੰਦੇ ਬਾਰੇ ਅਸੀਂ ਕਦੇ ਸੁਣਿਆ ਨਹੀਂ। ਹੁਣ ਕਈ ਬੰਦਿਆਂ ਬਾਰੇ ਤੁਸੀਂ ਇੱਥੇ ਸੁਣਦੇ ਨਹੀਂ, ਉਹਨਾਂ ਬਾਰੇ ਖਿਆਲ ਆ ਕਿ ਕੈਨੇਡਾ ਦੇ ਵਿੱਚ ਤਾਂ ਆਹ ਬੰਦਾ ਰਹਿ ਰਿਹਾ, ਆਹ ਬੰਦਾ ਰਹਿ ਰਿਹਾ। ਅੱਛਾ, ਉਹ ਪੰਜਾਬ ਤੋਂ ਜਾ ਕੇ ਤੁਹਾਨੂੰ ਸਵਾਲ ਕਰਨਗੇ ਜਾਂ ਦਿੱਲੀ ਬੈਠੇ ਤੁਹਾਨੂੰ ਸਵਾਲ ਕਰਨਗੇ, ਉਹਨਾਂ ਨੂੰ ਕਹੋ ਵੀ ਇੱਥੇ ਇਹਨਾਂ ਨੂੰ ਕੋਈ ਨਹੀਂ ਜਾਣਦਾ। ਕੋਈ ਇੱਕ ਸਰਕਾਰ ਹੈ, ਕੋਈ ਇੱਕ ਅਦਾਰਾ ਆ ਜਿਹੜਾ ਉਹਨਾਂ ਨੂੰ ਮਸ਼ਹੂਰ ਕਰ ਰਿਹਾ। ਹਾਂਜੀ। ਸੋ ਡਿਊਗਨ ਵੀ ਉਹਨਾਂ ਦੇ ਵਿੱਚੋਂ ਆ। ਡਿਊਗਨ ਨੂੰ ਪ੍ਰਮੋਟ ਕਰਨ ਵਾਲੇ, ਉਹਦਾ ਨਾਂ ਚੱਕਣ ਵਾਲੇ, ਉਹਨੂੰ ਪਿਊਟਨ ਦਾ ਐਡਵਾਈਜ਼ਰ ਬਣਾਉਣ ਵਾਲੇ ਇਹੀ ਆ ਵੈਸਟਰਨ ਮੀਡੀਆ ਹੀ ਸੀ। ਹਾਂਜੀ। ਹੁਣ ਆਪਣੇ ਆਪ ਹੀ ਕ੍ਰਿਟਿਸਾਈਜ਼ ਕਰ ਰਹੇ ਉਹਦੀ। ਹਾਂਜੀ। ਹੁਣ ਆਪਣੇ ਆਪ ਹੀ ਜਦੋਂ ਉਹ ਡਿਊਗਨ ਨੇ ਲਿਖਿਆ ਨਾ ਵੀ ਯੂਕਰੇਨ ਨੂੰ, ਉਹ ਤਾਂ ਇਸ ਹੱਦ ਤੱਕ ਚੱਲ ਗਿਆ ਵੀ ਜੇ ਛੋਟੇ-ਮੋਟੇ ਟੈਕਟੀਕਲ ਨਿਊਕਲੀਅਰ ਵੈਪਨ ਯੂਜ਼ ਕਰਨ ਦੀ ਲੋੜ ਆ ਸਾਨੂੰ ਤੇ ਇਹਨਾਂ ਨੂੰ ਖਤਮ ਕਰੋ। ਹਾਂਜੀ। ਮਤਲਬ ਉਹ ਬੜਾ ਅਲਟਰਾ ਨੈਸ਼ਨਲਿਸਟ ਬੰਦਾ ਹੈ ਰਸ਼ੀਆ ਦਾ, ਜਿਹੜਾ ਇਹ ਕਹਿ ਰਿਹਾ ਵੀ ਨਿਊਕਲੀਅਰ ਹਥਿਆਰਾਂ ਦੀ ਲੋੜ ਪਵੇ ਤਾਂ ਉਹ ਵੀ ਵਰਤੋ ਤੁਸੀਂ। ਜੀ ਡਾਕਟਰ ਸਾਹਿਬ, ਜਦੋਂ ਉਹਨਾਂ ਦੀ ਬੇਟੀ ਦੀ ਮੌਤ ਹੋਈ ਸੀ ਨਾ, ਉਹਦੇ ਤੋਂ ਨੈਕਸਟ ਡੇ ਇੱਕ ਨੈਸ਼ਨਲਿਸਟ ਕੋਈ ਵੈਬਸਾਈਟ ਹੈਗੀ ਆ, ਉਹਦੇ ਤੇ ਉਹਨਾਂ ਨੇ ਡਿਊਗਨ ਦਾ ਇੱਕ ਜਿਹੜਾ ਆਰਟੀਕਲ ਸੀ ਉਹ ਪਬਲਿਸ਼ ਕੀਤਾ ਸੀ। ਆਰਟੀਕਲ ਤਾਂ ਉਹਨਾਂ ਨੇ ਪਹਿਲਾਂ ਲਿਖਿਆ ਹੋਣਾ, ਪਰ ਉਹ ਜਿਹੜਾ ਆਰਟੀਕਲ ਸੀ ਨਾ, ਉਹਦੇ ਵਿੱਚ ਪੁਤਨ ਦੀ ਇੰਨੀ ਕੁ ਜ਼ਿਆਦਾ ਆਲੋਚਨਾ ਕੀਤੀ ਗਈ ਸੀ ਕਿ ਕਿਸੇ ਹੋਰ ਨੇ ਕਦੇ ਕੀਤੀ ਨਹੀਂ ਹੋਣੀ। ਦੇਖੋ, ਜਿਹੜੇ ਹੁਣ ਇਹ ਤੇ ਤਾਂ ਨਜ਼ਰ ਰੱਖਣ ਲੱਗੇ ਆ, ਤਾਂ ਲੋਕੀ ਪੜ੍ਹਨ ਲੱਗੇ ਆ ਕਿਉਂਕਿ ਵੈਸਟਰਨ ਨੂੰ ਬਹੁਤ ਜ਼ਿਆਦਾ ਚੱਕਿਆ, ਇਹਨੂੰ ਹੀਰੋ ਬਣਾ ਕੇ ਰੱਖ ਦਿੱਤਾ ਵੈਸਟਰਨ ਮੀਡੀਆ ਨੇ ਤਾਂ ਇੱਕਦਮ। ਹਾਂਜੀ। ਹਾਲਾਂਕਿ ਉਹਨੂੰ ਕੋਈ ਨਹੀਂ ਪੁੱਛਦਾ ਉੱਥੇ ਜੀ, ਨਾ ਉਹ 3 ਚੋਂ ਨਾ 13 ਚੋਂ। ਹਾਂਜੀ, ਬਿਲਕੁਲ। 9 ਚੋਂ ਨਾ 13 ਨਹੀਂ ਡਾਕਟਰ ਸਾਹਿਬ, ਤੁਸੀਂ ਪਹਿਲਾਂ ਬਿਲਕੁਲ ਸਹੀ ਕਿਹਾ ਸੀ, ਨਾ 3 ਚੋਂ ਤੇ ਨਾ 13 ਚੋਂ। ਆਪਣੇ ਆਪ ਨੂੰ ਵੈਸੇ ਹੀ ਇਹਨੂੰ ਕੜਮ ਚੌਧਰੀ ਬਣਾ ਕੇ ਪੇਸ਼ ਕੀਤਾ ਕਿ ਜਿਵੇਂ ਪੁਤਨ ਇਹਦੇ ਤੋਂ ਬਿਨਾਂ ਕੁਝ ਹੁੰਦਾ ਹੀ ਨਹੀਂ। ਹਾਂ, ਉਹਨੂੰ ਪਿਊਟਨ ਨੂੰ ਫਿਰ ਦਿਨੇ ਜਾਂ ਰਾਤ ਉਹਦਾ ਚੇਤਾ ਆਵੇ ਨਾ ਆਵੇ, ਚਾਹੇ ਨਾ ਆਵੇ, ਉਹ ਪਤਾ ਨਹੀਂ ਹੈ। ਪਰ ਇੱਕ ਫ੍ਰਿੰਜ ਜਿਹਾ ਐਲੀਮੈਂਟ ਜਿਹੜਾ ਰਾਈਟ ਵਿੰਗ ਪਾਰਟੀ ਆ ਉੱਥੇ, ਅਲਟਰਾ ਰਸ਼ੀਅਨ ਪਾਰਟੀ ਆ, ਤੇ ਉਹਦਾ ਸਪੋਕਸਮੈਨ ਜ਼ਰੂਰ ਆ, ਉਹ ਵੀ ਮਾਈਨਰ ਜਿਹਾ, ਕੋਈ ਵੱਡੀ ਗੱਲ ਨਹੀਂ, ਉਹ ਵੱਡੀ ਤੋਪ ਨਹੀਂ ਹੈ। ਸੋ ਇਸ ਤਰ੍ਹਾਂ ਦੇ ਕਈ ਵਾਰ, ਇੱਕ ਵਾਰ ਸਾਨੂੰ ਸੈਮੀਨਾਰ ਦੇ ਰਿਹਾ ਸੀ ਕੋਈ ਲੈਟਿਨ ਅਮਰੀਕਾ ਤੋਂ ਸਕਾਲਰ ਆਇਆ ਸੀ, ਉਹਨਾਂ ਤੋਂ ਅਸੀਂ 3-4 ਬੰਦਿਆਂ ਦੇ ਨਾਂ ਲਏ ਕਿ ਕੋਲੰਬੀਆ ਦੇ ਵਿੱਚ ਹੈ, ਇੱਕ ਨਿਕਰਾਗੁਆ ਦੇ ਵਿੱਚ ਸੈਂਟਰਲ ਅਮਰੀਕਾ ਦਾ ਸੀ, ਇੱਕ ਵੈਨਜ਼ੂਏਲਾ ਦਾ ਸੀ, ਇੱਕ ਬ੍ਰਾਜ਼ੀਲ ਦਾ ਸੀ। ਤੇ ਉਹਨਾਂ ਬਾਰੇ ਸਵਾਲ ਪੁੱਛੇ ਕਿਉਂਕਿ ਉਹਨਾਂ ਦੇ ਉਹ ਬੰਦਿਆਂ ਦੇ ਨਾਂ ਹਮੇਸ਼ਾ ਹੀ ਅਮਰੀਕਨ ਪ੍ਰੈਸ ਦੇ ਵਿੱਚ ਹੁੰਦੇ ਸੀ। ਉਹ ਬੰਦਾ ਕਹਿੰਦਾ ਮੈਂ ਤਾਂ ਕਦੇ ਕਹਿੰਦਾ ਸੁਣੇ ਨਹੀਂ। ਅਸੀਂ ਕਿਹਾ ਤੁਸੀਂ ਤਾਂ ਲੈਟਿਨ ਅਮਰੀਕਾ ਦੇ ਹੈਗੇ ਸਕਾਲਰ, ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ। ਹਾਂਜੀ। ਉਹ ਕਹਿੰਦਾ ਤੁਹਾਨੂੰ ਹੈਰਾਨੀ ਹੋਣੀ ਹੈ ਕਿ ਜਿਹੜੇ ਬੰਦਿਆਂ ਦੇ ਇੱਥੇ ਨਾਂ ਲਏ ਜਾਂਦੇ ਆ ਉੱਥੇ ਦੇ ਉਹਨਾਂ ਦੇ ਗੁਆਂਢੀ ਵੀ ਨਹੀਂ ਜਾਣਦੇ ਹੋਣੇ ਉਹਨਾਂ ਨੂੰ। ਮੈਂ ਕਿਹਾ ਇਹਦਾ ਫਾਇਦਾ ਕੀ? ਕਹਿੰਦਾ ਉਹਨਾਂ ਦੇ ਕੋਲੋਂ ਕਦੇ ਨਾ ਕਦੇ ਇਹਨਾਂ ਨੇ ਕੋਈ ਸਟੇਟਮੈਂਟ ਦਵਾਉਣੀ ਹੁੰਦੀ ਹੈ। ਹਾਂਜੀ, ਸਟੇਟਮੈਂਟ ਦਵਾਉਣੀ ਹੁੰਦੀ ਹੈ ਅਮਰੀਕਾ ਦੇ ਹੱਕ ਦੇ ਵਿੱਚ ਜੀ। ਉਹ ਉੱਥੇ ਦੀਆਂ ਜਿਹੜੀਆਂ ਨੈਸ਼ਨਲਿਸਟ ਮੂਵਮੈਂਟ ਚੱਲਦੀਆਂ ਉਹਨਾਂ ਦੇ ਖਿਲਾਫ, ਤਾਂ ਉਹਨਾਂ ਨੂੰ ਪਾਲਦੇ ਇੱਦਾਂ ਹੀ ਸਰਕਾਰਾਂ ਪਾਲਦੀਆਂ। ਇਹ ਕੋਈ ਨਵੀਂ ਗੱਲ ਨਹੀਂ। ਜਿੱਦਾਂ ਇੱਕ ਕਈ ਅਕਾਲੀ ਦਲ ਬਿਠਾਲੇ ਹੋਣੇ ਆ ਪੰਜਾਬ ਦੇ ਵਿੱਚ, ਮਿਸਿਸ ਗਾਂਧੀ ਨੇ ਇੱਦਾਂ ਬਿਠਾਲੇ ਹੁੰਦੇ ਸੀ ਕਿ ਉਹਨਾਂ ਦਾ ਕੰਮ ਇਹੀ ਹੁੰਦਾ ਸੀ ਕਿ ਉਹਨਾਂ ਨੇ ਪ੍ਰੈਸ ਨੋਟ ਲਿਖਣਾ ਹੈ, ਪ੍ਰੈਸ ਨੋਟ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਲਿਖਣਾ। ਹਾਂਜੀ। ਉਹਨਾਂ ਦੀ ਔਰ ਉਹਨਾਂ ਦਾ ਨਾਂ ਵੀ ਕਿਤੇ ਤੁਸੀਂ ਸਿਰਫ ਅਖਬਾਰ ਦੇ ਵਿੱਚ ਹੀ ਸੁਣਦੇ ਸੀ, ਹੋਰ ਕੋਈ ਕਾਰਵਾਈ ਨਹੀਂ ਹੁੰਦੀ ਸੀ। ਰਬੜ ਸਟੈਂਪ ਕੋਈ ਕੁਛ ਨਹੀਂ, ਨਾ ਰਬੜ ਸਟੈਂਪ ਲਈ ਵੀ ਰਬੜ ਚਾਹੀਦੀ ਹੈ, ਉਹਨਾਂ ਦੇ ਰਬੜ ਵੀ ਨਹੀਂ ਸੀ। ਮਤਲਬ ਉਦਾਂ ਹੀ ਵੈਸੇ ਹੀ ਇੱਕ ਬੰਦਾ ਹੁੰਦਾ ਸੀ ਉੱਥੇ ਅਕਾਲੀ ਦਲ ਨੈਸ਼ਨਲਿਸਟ ਬਣਾਇਆ ਹੁੰਦਾ, ਨੈਸ਼ਨਲ ਅਕਾਲੀ ਦਲ ਨੈਸ਼ਨਲ, ਮਹੰਤ ਸੇਵਾਦਾਸ ਸੀ ਉਹਦਾ ਨਾਮ। ਹਾਂਜੀ। ਤੋ ਅਖਬਾਰਾਂ 'ਚ ਹੀ ਪੜ੍ਹਿਆ ਹੋਣਾ, ਕੋਈ ਨਹੀਂ ਜਾਣਦਾ ਉਹਨੂੰ ਜੀ। ਇੱਕ ਮਸ਼ਹੂਰ ਪੱਤਰਕਾਰ ਹੈ, ਉਹ ਕਹਿੰਦੇ ਕਿ ਮੈਂ ਇੱਕ ਵਾਰ ਪੁੱਛਿਆ ਉਹਨਾਂ ਨੂੰ ਕਿ ਮਹੰਤ ਜੀ
ਤੁਹਾਡਾ ਹੀ ਨਾਂ ਆਉਂਦਾ, ਤੁਸੀਂ ਅਕਾਲੀ ਦਲ 'ਚ ਕਦੇ ਦੂਜਾ ਬੰਦਾ ਭਰਤੀ ਕੀਤਾ? ਉਹ ਕਹਿੰਦਾ ਮੈਂ ਦੂਜਾ ਬੰਦਾ ਭਰਤੀ ਕਰਕੇ ਫੁੱਟ ਪਵਾਉਣੀ ਹੈ। ਜੀ ਮਤਲਬ 1.25 ਲੱਖ ਵਾਲੇ ਬਹੁਤ ਆ ਕਈਆਂ ਜਗ੍ਹਾ ਤੇ। ਹਾਂਜੀ, ਤੇ ਅੱਜ ਦਾ ਵਿਚਾਰ ਦੱਸ ਦਿਓ ਮੈਨੂੰ। ਜੀ ਬਿਲਕੁਲ ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ ਜੀ, ਇਸ ਦੁਨੀਆ 'ਚੋਂ ਪਿਆਰ ਦੀ ਕੋਈ ਥਾਂ ਨਹੀਂ, ਬੇਗਾਨੇ ਕਦੇ ਆਪਣੇ ਨਹੀਂ ਹੋ ਸਕਦੇ, ਚਾਹੇ ਜੋ ਮਰਜ਼ੀ ਕਰ ਲੋ। ਜਿਉਂਦੇ ਨੂੰ ਮਾੜਾ ਤੇ ਮਰੇ ਨੂੰ ਚੰਗਾ ਕਹਿਣਗੇ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਾਡੇ ਸਟੂਡੀਓ ਦਾ ਨੰਬਰ ਹੈ ਜੀ 604 592 9191। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।